The following message has been brought to you through the ministry of Emmanuel Church, Handsworth, Birmingham, UK. Whenever it comes to a big decision in life, ਜੀਵਨ ਦੇ ਵਿੱਚ ਜਿਸ ਵੇਲੇ ਅਸੀਂ ਵੱਡਾ ਫੈਸਲਾ ਕੋਈ ਕਰਨਾ ਹੋਵੇ when it comes to deciding something for future, ਅੱਗੇਲੇ ਸਮੇਂ ਦੇ ਲਈ ਜੀਵਨ ਦੇ ਵਿੱਚ ਜਿਸ ਵੇਲੇ ਕੋਈ ਵੱਡਾ ਫੈਸਲਾ ਕਰਨਾ ਪਵੇ when it comes to an opportunity in life that is going to make a lot of difference to what your future is going to be like. ਇਸ ਫੈਸਲੇ ਦੇ ਵਿੱਚ ਕਰਨ ਦੇ ਵਿੱਚ ਬਹੁਤ ਵੱਡਾ ਅਸਰ ਪੈਂਦਾ ਹੈਗਾ ਆ ਜਿਸ ਵੇਲੇ ਆਉਣ ਵਾਲਾ ਸਮਾਂ ਹੈਗਾ ਆ ਉਹਦੇ ਵਿੱਚ When whatever you're going to do now is going to bring your situation from bad to good. If it is good, good to the best. And if it is best, best to the better. ਇਹੋ ਜਿਹਾ ਸਮਾਂ ਹੁੰਦਾ ਸੀ ਕਿ ਦੇਖਣਾ ਹੈਗਾ ਆ ਜਿਸ ਵੇਲੇ ਬੁਰਾ ਆ ਉਹਦੇ ਵਿੱਚੋਂ ਚੰਗਿਆਈ ਇਹ ਹੈਗੀ ਆ ਜਿਹੜੀ ਚੰਗਿਆਈ ਹੈਗੀ ਉਹ 'ਚੋਂ ਬੁਰਾਈ ਜਿਹੜੀ ਹੈਗੀ ਆ ਇਹਦੇ ਬਾਰੇ ਅਸੀਂ ਦੇਖਾਂਗੇ When the hopes are high, ਜਿਸ ਵੇਲੇ ਇੱਛਾ ਬਹੁਤ ਸਾਡੀ ਉੱਚੀ ਹੁੰਦੀ ਹੈ when the reputation is at stake, ਜਿਸ ਵੇਲੇ ਬਹੁਤ ਵੱਡੀ ਗੱਲ ਦਾਅ 'ਤੇ ਲੱਗੀ ਹੁੰਦੀ ਆ and many lives are dependent on this decision, ਇਸ ਫੈਸਲੇ ਦੇ ਉੱਤੇ ਬਹੁਤ ਸਾਰੇ ਜੀਵਨਾਂ ਦਾ ਅਸਰ ਹੁੰਦਾ it's quite natural for someone or that person to seek for an extra assurance. ਤੇ ਉਸ ਇਨਸਾਨ ਨੇ ਜਿਸ ਵੇਲੇ ਫੈਸਲਾ ਕਰਨਾ ਜਿਨ੍ਹਾਂ ਦੇ ਹੋਰਨਾਂ ਲੋਕਾਂ ਦੇ ਉੱਤੇ ਵੀ ਅਸਰ ਹੁੰਦਾ ਹੈਗਾ ਜ਼ਰੂਰ ਹੈ ਕਿ ਉਸ ਫੈਸਲੇ ਦੇ ਕਰਨ ਦੇ ਲਈ ਕਿਸੇ ਕੋਲ ਜਾ ਕੇ ਸਲਾਹ ਲਵੇ ਦਲੇਰੀ ਮੰਗੇ ਜਾ ਕੇ ਅੱਛੀ ਸਲਾਹ ਲਵੇ And that's exactly what we see in what the verses we read. Gideon, the judge, is trying to get that extra assurance. ਉਹ ਦੇ ਲਿਖਤਾਂ ਦੇ ਵਿੱਚ ਜਿਹੜਾ ਪੜ੍ਹਿਆ ਹੈਗਾ ਗਿਦੋਨ ਦੇ ਬਾਰੇ ਦੇਖਿਆ ਹੈਗਾ ਕਿ ਉਹਨੇ ਵੀ ਇਹ ਪੱਕਾ ਯਕੀਨ ਕੀਤਾ ਆਪਣੇ ਆਪ ਦੇ ਵਿੱਚ ਜਿਸ ਵੇਲੇ ਉਹਨੇ ਲੜਾਈ ਦੇ ਵਿੱਚ ਜਾਣਾ ਸੀ ਫੈਸਲੇ ਦੇ ਬਾਰੇ And he uses this, the well-known thing in Christian circle, that lay out your fleece before the Lord. ਜਿਸ ਤਰ੍ਹਾਂ ਅਸੀਂ ਬਾਈਬਲ ਦੇ ਵਿੱਚ ਕਈ ਵਾਰੀ ਦੇਖੇ ਦੇ ਹੈਗੇ ਆ ਕਿ ਜੋ ਕੁਛ ਅਸੀਂ ਫੈਸਲੇ ਕਰਨੇ ਹੈਗੇ ਆ ਅਸੀਂ ਆਪਣੀਆਂ ਜਿਹੜੀਆਂ ਅਰਦਾਸਾਂ ਹੈਗੀਆਂ ਉਹ ਅਸੀਂ ਇੱਕ ਤਰ੍ਹਾਂ ਪਰਮੇਸ਼ਰ ਦੇ ਅੱਗੇ ਜਾ ਕੇ ਵਿਛਾ ਦਈਏ And in this case, the situation is such a grave situation, difficult situation, that no other person around can assure the person. We want to put our petition, our question before the Lord and put the Lord to test. ਇਸ ਵੇਲੇ ਜਿਸ ਵੇਲੇ ਗਿਦਿਓਨ ਨੇ ਫੈਸਲਾ ਕਰਨਾ ਸੀਗਾ ਉਹਦੇ ਆਲੇ ਦੁਆਲੇ ਹੋਰ ਕੋਈ ਇਨਸਾਨ ਨਹੀਂ ਸੀ ਜਿਹਦੇ ਕੋਲੋਂ ਜਾ ਕੇ ਪੂਰਾ ਯਕੀਨ ਉਹਨੂੰ ਹੋ ਸਕੇ ਜਿਹਨਾਂ ਕੋਲੋਂ ਪਰ ਇਸ ਵੇਲੇ ਉਹ ਕਿਹਦੇ ਕੋਲ ਗਿਆ ਆਪਣੇ ਜਿਉਂਦੇ ਪਰਮੇਸ਼ਰ ਦੇ ਕੋਲ ਉਹਦੇ ਕੋਲ ਜਾ ਕੇ ਉਹਨੇ ਫਰਿਆਦ ਕੀਤੀ ਤੇ ਯਕੀਨ ਪਾਇਆ And it must be God, because God knows yesterday, today, tomorrow equally, and only God can confirm what is going to happen. ਤੇ ਸਿਰਫ ਪਰਮੇਸ਼ਰ ਹੀ ਹੈ ਜਿਹੜਾ ਕਿ ਅੱਜ ਕੱਲ੍ਹ ਤੇ ਹਮੇਸ਼ਾ ਤੱਕ ਇੱਕੋ ਬਰਾਬਰ ਹੈਗਾ ਉਹਦੇ ਕੋਲ ਹੀ ਜਾ ਸਕਦੇ ਹਾਂ ਕਿ ਜਿਹੜਾ ਅੱਗਾ ਜਿਹੜਾ ਸਾਡਾ ਹੈਗਾ ਉਹ ਜਾਣਦਾ ਹੈ Question is this okay? Is this the way we make decisions in our life? We're putting some conditions, and if that is satisfied, I do this. ਤੇ ਕੀ ਸਾਡਾ ਇਹ ਹਰ ਰੋਜ਼ ਦਾ ਰਿਵਾਜ ਹੈਗਾ ਕਿ ਜਿਸ ਵੇਲੇ ਅਸੀਂ ਕੋਈ ਫੈਸਲਾ ਕਰਨਾ ਹੈਗਾ ਤਾਂ ਅਸੀਂ ਕਿਸੇ ਨੂੰ ਪਰਖਦੇ ਹੈਗੇ ਹਾਂ ਅਸੀਂ ਤੇਰੇ ਅੱਗੇ ਆਹ ਰੱਖਦੇ ਹਾਂ ਫਰਿਆਦ ਜੇ ਤੂੰ ਆਹ ਕੁਛ ਕਰੇਂਗਾ ਤਾਂ ਫੇਰ ਹੀ ਅਸੀਂ ਆਹ ਕਰਾਂਗੇ Are we supposed to be using the fleece technique or many other techniques like that to know the will of God? ਕਿ ਇਹੋ ਜਿਹੇ ਤਰੀਕੇ ਅਸੀਂ ਇਸਤੇਮਾਲ ਕਰਾਂਗੇ ਤਾਂ ਕਿ ਅਸੀਂ ਪਰਮੇਸ਼ਰ ਦੀ ਜਿਹੜੀ ਮਰਜ਼ੀ ਹੈ ਅਸੀਂ ਉਹਨੂੰ ਜਾਣੀਏ Have you tried any of these techniques? ਕੀ ਤੁਸੀਂ ਇਹੋ ਜਿਹੇ ਤਰੀਕੇ ਵਰਤੇ ਹੈਗੇ ਪਰਮੇਸ਼ਰ ਦੇ ਅੱਗੇ I've been very close to it recently. ਤੇ ਮੈਂ ਇਹੋ ਜਿਹੀ ਗੱਲ ਦੇ ਨਜ਼ਦੀਕ ਆਇਆ ਹਾਂ As Pastor said, we are looking forward to move to India soon. ਜਿਸ ਤਰ੍ਹਾਂ ਭਾਈ ਨੇ ਐਲਾਨ ਵੀ ਕੀਤਾ ਹੈਗਾ ਕਿ ਜੇ ਇਹ ਪਰਿਵਾਰ ਸਾਰਾ ਅਟਲ ਪਰਿਵਾਰ ਇੰਡੀਆ ਨੂੰ ਵਾਪਸ ਜਾ ਰਿਹਾ ਹੈ And the decision is hard. ਬਹੁਤ ਔਖਾ ਫੈਸਲਾ ਇਹਨਾਂ ਵਾਸਤੇ What will happen? ਕੀ ਹੋਣਾ ਹੈ Will it all be okay? ਕੀ ਅਸੀਂ ਉੱਥੇ ਠੀਕ ਰਵਾਂਗੇ Lives are dependent on this decision. ਇਹਨਾਂ ਦਾ ਜੀਵਨ ਜਿਹੜਾ ਹੈਗਾ ਹੈ ਇਸ ਫੈਸਲੇ ਦੇ ਉੱਤੇ ਟਿਕਿਆ ਹੋਇਆ ਹੈ And someone then suggested, why don't you put your fleece before the Lord? ਕਿਸੇ ਨੇ ਮੈਨੂੰ ਇਹ ਸਲਾਹ ਦਿੱਤੀ ਹੈਗੀ ਆ ਕਿ ਕਿਉਂ ਨਹੀਂ ਤੂੰ ਇਹ ਪਰਮੇਸ਼ਰ ਦੇ ਅੱਗੇ ਆ ਕੇ ਸਾਰੀਆਂ ਗੱਲਾਂ ਵਿਛਾ ਦਿੰਦਾ And when you are in a situation like that, you'll really look for, maybe let me try. ਤੇ ਇਹੋ ਜਿਹੀ ਹਾਲਤ ਜਿਸ ਵੇਲੇ ਸਾਡੇ ਫੈਸਲਾ ਕਰਨ ਦੀ ਆਉਂਦੀ ਹੈਗੀ ਆ ਤੇ ਕੋਈ ਸਾਨੂੰ ਇਸ ਤਰ੍ਹਾਂ ਦੀ ਸਲਾਹ ਦੇਵੇ ਤਾਂ ਫਿਰ ਅਸੀਂ ਸੋਚਦੇ ਹਾਂ ਕਿ ਕਿਉਂ ਨਾ ਮੈਂ ਇਹ ਕਰਕੇ ਦੇਖਾਂ Praise God, for the Lord is a living God and He has given you His Holy Spirit. ਪਰਮੇਸ਼ਰ ਦਾ ਧੰਨਵਾਦ ਕਰਦੇ ਹੈਗੇ ਆ ਕਿ ਉਹ ਜਿਉਂਦਾ ਹੈਗਾ ਆ ਪਰਮੇਸ਼ਰ ਨੇ ਆਪਣਾ ਪਵਿੱਤਰ ਆਤਮਾ ਸਾਨੂੰ ਦਿੱਤਾ ਹੈ So what is this fleece is all about? ਇਹ ਜਿਹੜੀ ਚਾਦਰ ਵਿਛਾਉਣੀ ਉਹਦੇ ਅੱਗੇ ਕਿਹੜੀ ਗੱਲ ਹੈ These like situations like, I want to buy a new computer, and if my current computer fails and gets a blue screen, then maybe that's God's will for me to really go and buy a new computer.
ਜੇ ਮੈਂ ਨਵਾਂ ਕੰਪਿਊਟਰ ਲੈਣਾ ਹੋਵੇ ਤਾਂ ਮੈਂ ਸੋਚਾਂ ਮੈਂ ਨਵਾਂ ਕੰਪਿਊਟਰ ਲੈਣਾ, ਹਾਲੇ ਨੂੰ ਕੁਛ ਨਹੀਂ ਹੈਗਾ, ਪਰ ਜੇ ਕੰਪਿਊਟਰ ਖਰਾਬ ਹੋ ਜਾਵੇ, ਉਸ ਸਕਰੀਨ ਤੇ ਕੁਛ ਨਹੀਂ ਆਉਂਦਾ ਹੈਗਾ, ਕੁਛ ਨਹੀਂ ਚੱਲਦਾ ਹੈਗਾ, ਫਿਰ ਪਰਮੇਸ਼ਰ ਦੀ ਮਰਜ਼ੀ ਆ ਕਿ ਮੈਂ ਨਵਾਂ ਜਾ ਕੇ ਕੰਪਿਊਟਰ ਖਰੀਦਾਂ। I'm still not sure if it is God's will for me to move to India, but let me put my house on sale. If the house gets sold on time, then yes, it's Lord's will for me to go to India. ਤੇ ਜਿਸ ਤਰ੍ਹਾਂ ਇਹਨੇ ਫੈਸਲਾ ਕੀਤਾ ਇੰਡੀਆ ਵਾਪਸ ਜਾਣ ਦਾ, ਇਹਨਾਂ ਨੂੰ ਇਹ ਕਈ ਫੈਸਲੇ ਕਰਨੇ ਹੈ। ਜਿਸ ਤਰ੍ਹਾਂ ਘਰ ਵੇਚਣਾ ਹੈਗਾ ਆ, ਇਹਨਾਂ ਨੂੰ ਇਹ ਪਤਾ ਹੈ ਜੇ ਘਰ ਵੇਚਣ ਤੇ ਲਾਇਆ ਤੇ ਉਹ ਵਿਕ ਜਾਣਾ ਛੇਤੀ, ਤੇ ਇੱਥੋਂ ਮੈਨੂੰ ਪਤਾ ਲੱਗ ਜਾਣਾ ਕਿ ਹਾਂ ਕਿ ਪਰਮੇਸ਼ਰ ਚਾਹੁੰਦਾ ਕਿ ਮੈਂ ਵਾਪਸ ਜਾਵਾਂ। I really want to get married to that girl or that boy, and you know what? If today before 5 o'clock he or she comes and says to me this, then yes, it's Lord's will for me to go with that person. ਕਿਸੇ ਨੇ ਕਿ ਸ਼ਾਦੀ ਕਰਾਉਣੀ ਹੈਗੀ ਹੈ ਤਾਂ ਸੋਚਦਾ ਕਿ ਅੱਜ ਲੜਕੀ ਆ ਕੇ ਮੈਨੂੰ ਜੇ ਅੱਜ ਕਵੇ ਕਿ ਹਾਂ ਕਿ ਆਹ ਕੁਛ ਮੈਨੂੰ ਆ ਕੇ ਬੋਲੇ ਕਹੇ, ਤਾਂ ਕਿ ਇੱਥੋਂ ਮੈਨੂੰ ਪਤਾ ਲੱਗ ਜਾਣਾ ਕਿ ਪਰਮੇਸ਼ਰ ਦੀ ਇਹ ਮਰਜ਼ੀ ਆ ਕਿ ਮੇਰੇ ਨਾਲ ਇਹਦੀ ਸ਼ਾਦੀ ਹੋਵੇ। I'm not sure if I'm really called to the mission. Am I really called to be a servant in the church, a deacon or an elder? Maybe next Sunday Lord speaks to us through pastor speaks to us through this particular passage or of this context, then maybe it's Lord's will. ਤੇ ਹੋ ਸਕਦਾ ਕਿ ਸਾਡੀ ਪਰਮੇਸ਼ਰ ਦੀ ਸਾਡੇ ਵਾਸਤੇ ਨਾ ਮਰਜ਼ੀ ਹੋਵੇ ਅਸੀਂ ਜਾਣ ਦੀ। ਹੋ ਸਕਦਾ ਕਿ ਪਰਮੇਸ਼ਰ ਮੋਢੇ ਹਫ਼ਤੇ ਜਿਸ ਵੇਲੇ ਭਾਈਵਾਨ ਵਚਨ ਸੁਣਾ ਰਿਹਾ ਹੈਗਾ ਮੋਢੇ ਤੋਂ, ਉਸ ਵੇਲੇ ਹੋ ਸਕਦਾ ਕਿ ਪਰਮੇਸ਼ਰ ਦੇ ਵਚਨ ਦੇ ਦੁਆਰਾ ਸਾਨੂੰ ਪਤਾ ਲੱਗੇ ਕਿ ਹਾਂ ਕਿ ਪਰਮੇਸ਼ਰ ਸਾਡੇ ਨਾਲ ਬੋਲ ਰਿਹਾ, ਉਹਦੀ ਮਰਜ਼ੀ ਹੈ ਕਿ ਅਸੀਂ ਜਾਈਏ। And quite usually, we say, let me open what's the Lord's will for me today. Let me open the Bible, and whatever verse comes to me, maybe that's will of the Lord for me. ਕਈ ਵਾਰੀ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਜਿਸ ਵੇਲੇ ਪ੍ਰਭੂ ਦੀ ਮਰਜ਼ੀ ਪਤਾ ਕਰਨਾ ਹੈਗਾ ਤਾਂ ਅਸੀਂ ਆਪਣੀ ਬਾਈਬਲ ਚੁੱਕਦੇ ਹਾਂ, ਖੋਲ੍ਹਦੇ ਹਾਂ ਤੇ ਅਸੀਂ ਲੱਭਦੇ ਹੈਗੇ ਹਾਂ ਤੇ ਹਾਂ ਕਿ ਅਸੀਂ ਆਹ ਪੜ੍ਹਦੇ ਹਾਂ, ਹੋ ਸਕਦਾ ਕਿ ਪ੍ਰਭੂ ਦੀ ਮਰਜ਼ੀ ਇੱਥੋਂ ਪਤਾ ਲੱਗੇ ਸਾਨੂੰ। Is this right way for a Christian, a believer who is made alive in spirit? ਜਿਸ ਵਿਸ਼ਵਾਸੀ ਨੂੰ ਆਤਮਾ ਦੇ ਵਿੱਚ ਜਵਾਲਿਆ ਗਿਆ, ਜਿੰਦਾ ਕੀਤਾ ਗਿਆ ਹੈਗਾ ਆ, ਕਿ ਉਹ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਉਹ ਆਪਣੀ ਪਰਮੇਸ਼ਰ ਦੀ ਮਰਜ਼ੀ ਲੱਭੇ। Who is adopted in the family of God and has a relation and calls to the Father, Abba Father. ਤੇ ਜਿਹਦੇ ਨਾਲ ਪਰਮੇਸ਼ਰ ਦੇ ਨਾਲ ਰਿਸ਼ਤਾ ਹੋਇਆ, ਨਾਬਾਲਗ ਪੁੱਤਰ ਸਾਨੂੰ ਠਹਿਰਾ ਦਿੱਤਾ ਹੈਗਾ, ਜਿਹੜਾ ਆ ਕੇ ਪਰਮੇਸ਼ਰ ਦੇ ਅੱਗੇ ਪੁਕਾਰਦਾ, ਹੇ ਅੱਬਾ, ਹੇ ਪਿਤਾ। A Christian who has Jesus Christ as his own friend, who can come beside him and cry out to him and tell him, and he knows every pain and the trouble that we go through. ਤਾਂ ਹਾਂ ਕਿ ਇੱਕ ਵਿਸ਼ਵਾਸੀ ਹੈਗਾ, ਉਹਦੇ ਕੋਲ ਹੈਗਾ ਇੱਕ ਮਿੱਤਰ ਦੋਸਤ ਜਿਹਦਾ ਨਾਮ ਹੈ ਪ੍ਰਭੂ ਯੀਸ਼ੂ ਮਸੀਹ, ਜਿਹਦੇ ਕੋਲ ਆ ਕੇ ਸਾਰੀਆਂ ਗੱਲਾਂ ਉਹਦੇ ਨਾਲ ਕਰ ਸਕਦਾ, ਮੁਸ਼ਕਲਾਂ ਮੁਸੀਬਤਾਂ ਸਭ ਕੁਝ ਦੱਸ ਸਕਦਾ ਹੈਗਾ, ਉਹ ਸੁਣਨੇ ਨੂੰ ਤਿਆਰ ਹੈ। Are we supposed to test our God? ਕੀ ਅਸੀਂ ਆਪਣੇ ਪਰਮੇਸ਼ਰ ਨੂੰ ਪਰਖੀਏ? The story of Gideon is one of such demonstrations of natural human response in these situations. ਜਿਹੜੀ ਗਿਦਿਓਨ ਦੀ ਹਾਲਤ ਸੀਗੀ ਇਸ ਵੇਲੇ ਕਿ ਇਨਸਾਨੀਅਤ ਦੀ ਵੀ ਹਾਲਤ ਹੋ ਸਕਦੀ ਹੈ ਕਿ ਜਿਸ ਵੇਲੇ ਕੋਈ ਵੱਡੀ ਮੁਸ਼ਕਲ ਆਵੇ ਜਾਂ ਫੈਸਲਾ ਕਰਨਾ ਹੋਵੇ ਤਾਂ ਅਸੀਂ ਇਸੇ ਤਰ੍ਹਾਂ ਕਰਦੇ ਹਾਂ ਜਿਸ ਤਰ੍ਹਾਂ ਗਿਦਿਓਨ ਨੇ ਕੀਤਾ। The natural human response. ਇਨਸਾਨੀਅਤ ਦੇ ਜਜ਼ਬਾਤ ਦੇ ਵਿੱਚੋਂ ਇਹ ਗੱਲ ਨਿਕਲਦੀ ਹੈ ਕਿ ਹਾਂ ਕਿ ਅਸੀਂ ਪਰਖ ਕੇ ਦੇਖੀਏ। So Apostle Paul says something in 1 Corinthians chapter 2 verse 14. ਪਹਿਲਾ ਕੁਰਿੰਥੀਆਂ 2:14 ਦੇ ਵਿੱਚ ਪੌਲਸ ਇਸ ਤਰੀਕੇ ਦੀ ਗੱਲ ਕਰਦਾ ਹੈ। But the natural man does not receive the things of the Spirit of God, for ਜਿਹੜਾ they ਕਿ are foolishness to him. ਜਿਹੜਾ ਇੱਕ ਇਨਸਾਨ ਹੈ ਪਰਮੇਸ਼ਵਰ ਦੀਆਂ ਆਤਮਿਕ ਗੱਲਾਂ ਨੂੰ ਉਹ ਨਹੀਂ ਕਬੂਲ ਕਰਦਾ ਕਿਉਂਕਿ ਉਹਦੇ ਲਈ ਇਹ ਮੂਰਖ ਦੀਆਂ ਗੱਲਾਂ ਲੱਗਦੀਆਂ ਹਨ। Nor can he know them because they are spiritually discerned. ਨਾ ਉਹ ਸਮਝਦੇ ਹੈਗੇ ਆ ਕਿਉਂਕਿ ਉਹ ਆਤਮਿਕ ਦੇ ਵਿੱਚ ਉਹ ਨਹੀਂ ਸਮਝ ਸਕਦੇ ਆਤਮਿਕ ਗੱਲਾਂ। And that's the problem with the natural man, and we can understand that. ਇਹ ਜਿਹੇ ਇਨਸਾਨ ਹੁੰਦੇ ਹੋਏ ਇਹੋ ਜਿਹੀਆਂ ਗੱਲਾਂ ਹੁੰਦੀਆਂ ਹੈਗੀਆਂ ਤੇ ਇਹ ਸਮਝ ਸਕਦੇ ਹਾਂ। The fears of failure, fears of embarrassment are the ones that take over us, and then a person cannot really make a mind, and they're looking for some sort of easy indication or a sign. ਕਿ ਇੱਕ ਇਨਸਾਨ ਹੈਗਾ ਜਿਸ ਵੇਲੇ ਉਹਨੂੰ ਕੁਛ ਕਰਨਾ ਪੈਂਦਾ ਹੈਗਾ, ਕੋਈ ਲਈ ਸੌਖਾ ਨਹੀਂ ਹੁੰਦਾ ਹੈਗਾ, ਉਹ ਆਲੇ ਦੁਆਲੇ ਦੇਖਦਾ ਕਿ ਉਹ ਇੱਕ ਨਿਸ਼ਾਨ ਦੇਖਦਾ ਹੈ ਕਿ ਮੈਨੂੰ ਕੋਈ ਨਿਸ਼ਾਨ ਮਿਲੇ ਜਿਹਦੇ ਦੁਆਰਾ ਮੈਂ ਕੋਈ ਚਲਾਇਆ ਜਾਵਾਂ ਜਾਂ ਕੋਈ ਫੈਸਲਾ ਕਰਾਂ। But Paul goes in verse 15, he says, but he who is spiritual judges all things. ਪਰ ਪੌਲਸ ਕਹਿੰਦਾ 15ਵੀਂ ਆਇਤ ਦੇ ਵਿੱਚ ਦੂਸਰਾ ਕੁਰਿੰਥੀਓ 15 ਦੇ ਵਿੱਚ ਦੂਸਰੇ ਅਧਿਆਇ 'ਚ ਕਿ ਹਾਂ ਕਿ ਜਿਹੜਾ ਇੱਕ ਆਤਮਿਕ ਹੈ ਇਨਸਾਨ ਉਹ ਆਤਮਿਕ ਦੀਆਂ ਗੱਲਾਂ ਨੂੰ ਜਾਣਦਾ ਹੈਗਾ, ਸਮਝਦਾ ਹੈ। Verse 16 says, for who has known the mind of the Lord that he may instruct him, but we have the mind of Christ. ਕੌਣ ਹੈ ਕਿ ਜੋ ਕਿ ਪਰਮੇਸ਼ਰ ਦੇ ਮਨ ਨੂੰ ਜਾਣੇ, ਜਿਹੜਾ ਉਹਦੇ ਕੋਲ ਸਲਾਹ ਪੁੱਛੇ? ਹਾਂ ਕਿ ਸਾਡੇ ਕੋਲ ਪਰਮੇਸ਼ਰ ਦਾ ਮਨ ਸਾਨੂੰ ਦਿੱਤਾ ਗਿਆ ਹੈ।
The mind of Christ is the Holy Spirit who possesses a believer by faith and repentance in Jesus Christ. ਤੇ ਪ੍ਰਭੂ ਪਰਮੇਸ਼ਰ ਦਾ ਜਿਹੜਾ ਕਿ ਮਨ ਹੈਗਾ, ਜਿਹੜੀ ਉਹਦੀ ਸੋਚ ਹੈ, ਉਹ ਪਵਿੱਤਰ ਆਤਮਾ ਪਰਮੇਸ਼ਰ ਜਿਹੜਾ ਸਾਨੂੰ ਦਿੱਤਾ ਗਿਆ, ਉਹਨਾਂ ਨੂੰ ਦਿੱਤਾ ਗਿਆ ਜਿਹੜੇ ਪਰਮੇਸ਼ਰ ਦੇ ਉੱਤੇ ਭਰੋਸਾ ਕਰਦੇ ਹਨ। Gideon's response and the act we heard about was a response of a natural man. ਜਿਸ ਵੇਲੇ ਗਿਦਿਓਨ ਨੇ ਇਹ ਕੀਤਾ ਹੈਗਾ ਆ, ਉਹ ਇੱਕ ਇਨਸਾਨੀਅਤ ਦੇ ਤੌਰ ਤੇ ਕੀਤਾ। And what are we expected is the response of a person who is spiritually alive. ਸਾਡੇ ਕੋਲੋਂ ਕੀ ਆਸ ਰੱਖੀ ਜਾਂਦੀ ਹੈਗੀ ਆ ਜਿਸ ਵੇਲੇ ਸਾਡੇ ਅੱਗੇ ਇਹੋ ਜਿਹੀ ਹਾਲਤ ਆਵੇ, ਹਾਂ ਕਿ ਅਸੀਂ ਇੱਕ ਆਤਮਿਕ ਤੌਰ ਦੇ ਵਿੱਚ ਹੋ ਕੇ ਅਸੀਂ ਪਰਮੇਸ਼ਰ ਦੇ ਅੱਗੇ ਆਈਏ ਤੇ ਫਿਰ ਉਹਦੇ ਕੋਲੋਂ ਅਸੀਂ ਮੰਗੀਏ। Now why did Gideon do all that? ਇਹ ਗਿਦਿਓਨ ਨੇ ਕਿਉਂ ਇਸ ਤਰ੍ਹਾਂ ਕੀਤਾ? Just to get you a little background of the whole story. ਤੇ ਜਿਹੜੀ ਪਿੱਛੇ ਕਹਾਣੀ ਹੈਗੀ ਉਹ ਥੋੜੀ ਜਿਹੀ ਦੱਸਾਂਗੇ। Gideon is a judge among the many, I think 12 to 14 judges recorded into the book of Judge. ਨਿਆਂਇਆਂ ਦੀ ਕਿਤਾਬ ਦੇ ਵਿੱਚ 14 ਜਣੇ ਸੀਗੇ ਜਿਹੜੇ ਨਿਆਂ ਕਰਦੇ ਸੀਗੇ, ਉਹਨਾਂ ਦੇ ਵਿੱਚੋਂ ਇਹ ਵੀ ਆਉਂਦਾ ਹੈ ਇੱਕ। It's the period of between Moses and Joshua, and from that point when they entered the promised land until they had the first king Saul. ਇਹ ਉਸ ਸਮੇਂ ਦੇ ਵੇਲੇ ਹੈਗੇ ਜਿਸ ਵੇਲੇ ਮੂਸਾ ਤੋਂ ਲੈ ਕੇ ਜੋਸ਼ੂਆ ਤੱਕ ਆਉਂਦੇ ਹੈਗੇ, ਫਿਰ ਉਹ ਵਾਅਦੇ ਵਾਲੀ ਧਰਤੀ 'ਚ ਜਾਂਦੇ ਹੈਗੇ ਆ, ਫਿਰ ਉਹ ਨਿਆਂ ਕਰਦੇ ਹੈਗੇ ਆ, ਫਿਰ ਰਾਜਾ ਸੌਲ ਪਹਿਲਾ ਰਾਜਾ ਜਿਹੜਾ ਠਹਿਰਾ ਜਾਂਦਾ ਉੱਥੇ ਤੱਕ ਪਹੁੰਚਦੇ ਹੈ। And it's the period of uncertainty summarized in one verse, in the last verse of Judges chapter 1 verse 25. It is the period of Judges. ਸਾਰਾ ਕੁਝ ਜਿਹੜਾ ਹੈਗਾ ਇਹਨਾਂ ਗੱਲਾਂ ਦਾ ਨਿਚੋੜ ਕੀਤਾ ਹੈਗਾ ਆ ਨਿਆਂਇਆਂ ਦੀ ਕਿਤਾਬ ਦੇ It's a ਵਿੱਚੋਂ। kind of a period in which in those days there was no king in Israel. ਉਹ ਇਸ ਵੇਲੇ ਆ ਕਿ ਜਿਸ ਵੇਲੇ ਉਹਨਾਂ ਦੇ ਵਿੱਚ ਰਾਜਾ ਨਹੀਂ ਸੀ, ਰਾਜ ਕੋਈ ਕਰਦਾ, ਰਾਜਾ ਹੈ ਨਹੀਂ ਸੀ। Everyone did what was right in his own eyes. ਆਖਰ ਦੇ ਵਿੱਚ ਇਹ ਅੱਜ ਦੇ ਵਿੱਚ ਲਿਖਿਆ ਹੋਇਆ ਹੈਗਾ ਨਿਆਂਇਆਂ ਦੇ ਵਿੱਚ ਕਿ ਹਾਂ ਕਿ ਹਰੇਕ ਇਨਸਾਨ ਨੇ ਆਪਣੀ ਮਰਜ਼ੀ ਦੇ ਮੁਤਾਬਕ ਉਹ ਕੁਝ ਕੀਤਾ ਜਿਹੜਾ ਉਹਨੂੰ ਚੰਗਾ ਲੱਗਾ। It was a period when people sinned, ਉਹ ਸਮਾਂ ਸੀਗਾ ਜਿਸ ਵੇਲੇ ਲੋਕੀ ਪਾਪ ਕਰਦੇ ਸੀ। as God had promised to them in Deuteronomy through Moses that if you obey my command, I'll keep you, I'll save you, and I preserve you, and I'll flourish you. ਜਿਸ ਤਰ੍ਹਾਂ ਮੂਸਾ ਦੇ ਨਾਲ ਪਰਮੇਸ਼ਰ ਨੇ ਵਾਅਦਾ ਕੀਤਾ ਸੀਗਾ ਕੂਚ ਦੇ ਵਿੱਚ ਕਿ ਹਾਂ ਕਿ ਜੇ ਤੁਸੀਂ ਮੇਰੀ ਆਗਿਆ ਨੂੰ ਮੰਨੋਗੇ, ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਮੈਂ ਤੁਹਾਨੂੰ ਸੰਭਾਲ ਕੇ ਰੱਖਾਂਗਾ, ਮੈਂ ਤੁਹਾਡੀ ਰੱਖਿਆ ਕਰਾਂਗਾ। But if you disobey, I will not support you, you will surely perish, and your days will not be prolonged. ਜੇ ਤੁਸੀਂ ਮੇਰੇ ਅੱਗੇ ਪਾਪ ਕਰੋਗੇ, ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕਰੋਗੇ, ਫਿਰ ਮੈਂ ਤੁਹਾਡੇ ਤੋਂ ਦੂਰ ਹੋ ਜਾਵਾਂਗਾ, ਫਿਰ ਮੈਂ ਤੁਹਾਨੂੰ ਸਜ਼ਾ ਦਊਂਗਾ, ਤੁਹਾਡੇ ਉੱਤੇ ਮੌਤ ਆਊਗੀ, ਤੁਹਾਡੇ ਤੋਂ ਮੈਂ ਦੂਰ ਹੋ ਜਾਵਾਂਗਾ। These people turned from their own living God and turned to idols and the living styles of the people around that area. ਇਹ ਜਿਹੜੇ ਲੋਕੀ ਸੀਗੇ ਇਹ ਆਪਣੀ ਜਿਉਂਦੇ ਪਰਮੇਸ਼ਰ ਤੋਂ ਛੱਡ ਕੇ ਦੂਰ ਹੋ ਗਏ ਸੀਗੇ। ਜਿਹੜੇ ਆਲੇ ਦੁਆਲੇ ਲੋਕ ਸੀਗੇ ਉਹਨਾਂ ਦੇ ਮਗਰ ਲੱਗ ਗਏ ਸੀਗੇ, ਪੂਰਤੀ ਪੂਜਾ ਕਰਨ ਲੱਗ ਪਏ ਸੀ। And then God would take his hand of protection away from them, as naturally then they would fall into the hands of the enemy. ਹਾਂ ਜ਼ਰੂਰ ਹੈ ਕਿ ਉਸ ਵੇਲੇ ਜਿਸ ਵੇਲੇ ਲੋਕੀ ਇਹ ਪਾਪ ਕਰਦੇ ਸੀਗੇ, ਪਰਮੇਸ਼ਰ ਆਪਣਾ ਹੱਥ ਉਹਨਾਂ ਤੋਂ ਹਟਾ ਲੈਂਦਾ ਸੀਗਾ। ਜ਼ਰੂਰ ਹੈ ਕਿ ਉਹ ਦੁਸ਼ਮਣਾਂ ਦੇ ਹੱਥਾਂ ਵਿੱਚ ਆ ਜਾਂਦੇ ਸੀਗੇ, ਪਰਮੇਸ਼ਰ ਦੀ ਜਿਹੜੀ ਸੁਰੱਖਿਆ ਸੀ ਉਹ ਹਟਾਈ ਜਾਂਦੀ ਸੀ। Every new generation did the exact same mistakes again and again over, and they fell into the hands of the enemy. ਹਰੇਕ ਪੀੜ੍ਹੀ ਜਿਹੜੀ ਉਸ ਸਮੇਂ ਆਉਂਦੀ ਸੀ, ਪੀੜ੍ਹੀ ਤੋਂ ਬਾਅਦ ਪੀੜ੍ਹੀ ਆਉਂਦੀ ਸੀ, ਪੀੜ੍ਹੀ ਤੋਂ ਬਾਅਦ ਪੀੜ੍ਹੀ ਆਉਂਦੀ ਸੀਗੀ, ਉਹ ਹਰੇਕ ਪੀੜ੍ਹੀ ਨੇ ਇਹੋ ਹੀ ਕੁਛ ਕੀਤਾ, ਪਰਮੇਸ਼ਰ ਤੋਂ ਦੂਰ ਹੁੰਦੇ ਰਹੇ, ਪਾਪ ਦੇ ਵਿੱਚ ਲੱਗੇ ਰਹੇ। Then they would turn to God, repent, and the Lord will be swift to come and protect them. ਫਿਰ ਉਹ ਪਰਮੇਸ਼ਰ ਦੇ ਅੱਗੇ ਆ ਕੇ ਤੌਬਾ ਕਰਦੇ ਸੀ, ਆਪਣੇ ਪਾਪਾਂ ਦਾ ਇਕਰਾਰ ਕਰਦੇ ਸੀਗੇ, ਪਰਮੇਸ਼ਰ ਉਹਨਾਂ ਨੂੰ ਕਬੂਲ ਕਰਦਾ ਸੀਗਾ, ਪਰਮੇਸ਼ਰ ਫਿਰ ਉਹਨਾਂ ਨੂੰ ਆਪਣੀ ਸੁਰੱਖਿਆ ਦੇ ਵਿੱਚ ਰੱਖਦਾ ਸੀਗਾ, ਉਹਨਾਂ ਦੇ ਉੱਤੇ ਹੱਥ ਰੱਖਦਾ ਸੀ। God would raise a judge among them. ਫਿਰ ਉਹਨਾਂ ਦੇ ਵਿੱਚ ਉਹਨਾਂ ਨੇ ਪਰਮੇਸ਼ਰ ਨੇ ਇੱਕ ਨਿਆਈ ਖੜਾ ਕੀਤਾ। Now these judges in the Hebrew context were not the judges that we know who sit in the court, who would listen to your court case, your arguments, and then give a judgment. ਇਹ ਨਿਆਈ ਉਸ ਤਰ੍ਹਾਂ ਦੇ ਨਿਆਈ ਨਹੀਂ ਸੀਗੇ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਕਚਹਿਰੀਆਂ ਦੇ ਵਿੱਚ ਜੱਜ ਬੈਠਦੇ ਹੈਗੇ ਆ, ਪਰ ਇਹ ਜਿਹੜੇ ਇਜ਼ਰਾਈਲ ਕੌਮ ਨੂੰ ਚਲਾਉਣ ਵਾਲੇ ਸੀਗੇ, ਆਗੂਏ ਸੀਗੇ, ਉਹਨਾਂ ਨੂੰ ਇਹ ਨਾਂ ਦਿੱਤਾ ਗਿਆ ਨਿਆਈ। But these were military leaders called by God to deliver. ਇਹ ਮਿਲਟਰੀ ਦੇ ਜਿਹੜੀ ਕਿ ਫੌਜ ਦੇ ਆਗੂਏ ਸੀਗੇ ਤੇ ਤਾਂ ਕਿ ਜਿਹੜੀ ਇਜ਼ਰਾਈਲ ਕੌਮ ਸੀਗੀ ਪਰਮੇਸ਼ਰ ਨੇ ਠਹਿਰੇ ਸੀਗੇ ਉਹਨਾਂ ਨੂੰ ਇਜ਼ਰਾਈਲ ਕੌਮ ਨੂੰ ਬਚਾਉਣ। Called to protect, to rescue, to preserve the Israel from the enemies. ਦੁਸ਼ਮਣਾਂ ਤੋਂ ਬਚਾ ਕੇ ਰੱਖਣ, ਸੰਭਾਲ ਕੇ ਰੱਖਣ, ਰਖਵਾਲੀ ਕਰਨ।
It was God's patience with his people, continually watching over them, saving them and keeping them. ਪਰਮੇਸ਼ਵਰ ਆਪਣੀ ਨਿਗਰਾਨੀ ਆਪਣੀ ਲੋਕਾਂ ਦੇ ਉੱਤੇ ਰੱਖਦਾ ਸੀਗਾ ਤਾਂ ਕਿ ਉਹਨਾਂ ਨੂੰ ਉਹ ਬਚਾਵੇ ਰਾਖੀ ਕਰੇ, ਉਹਨਾਂ ਨੂੰ ਆਪਣੇ ਹੱਥ ਵਿੱਚ ਰੱਖੇ, ਸੰਭਾਲ ਕੇ ਰੱਖੇ। Although they kept on rebelling, it was God's way of keeping the promise he made to Abraham. ਜਿਹੜੇ ਲੋਕੀ ਸੀਗੇ ਉਹ ਬਾਰ-ਬਾਰ ਪਰਮੇਸ਼ਰ ਦੇ ਖਿਲਾਫ ਬਲਵਾ ਕਰਦੇ ਸੀਗੇ, ਪਾਪ ਕਰਦੇ ਸੀਗੇ, ਪਰ ਪਰਮੇਸ਼ਰ ਨੇ ਫਿਰ ਵੀ ਉਸ ਕੌਮ ਨੂੰ ਸੰਭਾਲ ਕੇ ਰੱਖਿਆ, ਕਿਉਂਕਿ ਜਿਹੜਾ ਪਰਮੇਸ਼ਰ ਨੇ ਅਬਰਾਹਮ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਹਾਂ ਕਿ ਮੈਂ ਤੈਨੂੰ ਇਹ ਵਾਅਦੇ ਵਾਲੀ ਧਰਤੀ ਦੇਣੀ ਹੈ, ਉਹ ਪਰਮੇਸ਼ਰ ਨੇ ਪੂਰਾ ਕਰਨਾ ਸੀ। The story of Moses, the Joshua, the judges, the kings, all along you can see it's God's way of keeping his promise he made to Adam and Eve in the Garden of Eden. ਤੇ ਜਿਸ ਵੇਲੇ ਅਸੀਂ ਦੇਖਦੇ ਹਾਂ ਮੂਸਾ ਤੋਂ ਲੈ ਕੇ ਜੋਸ਼ੂਆ ਤੋਂ ਲੈ ਕੇ ਜੱਜੀਆਂ ਨਿਆਂਇਆਂ ਤੋਂ ਲੈ ਕੇ ਗਾਹਾਂ ਅਸੀਂ ਹੋਰਨਾਂ ਬਾਰੇ ਦੇ ਵਿੱਚ ਦੇਖਦੇ ਹੈਗੇ ਹਾਂ, ਉਹ ਇਸ ਕਰਕੇ ਪਰਮੇਸ਼ਰ ਨੇ ਸਾਰਿਆਂ ਨੂੰ ਠਹਿਰਾਇਆ ਸੀਗਾ ਤਾਂ ਕਿ ਜੋ ਪਰਮੇਸ਼ਰ ਨੇ ਆਦਮ ਤੇ ਹਵਾ ਦੇ ਨਾਲ ਵਾਅਦਾ ਕੀਤਾ ਸੀਗਾ ਉਹ ਪੂਰਾ ਕਰੇ। That I will send a savior who will crush the head of the Satan, have victory over death, and he will save us and grant us ਹਾਂ ਕਿ salvation. ਉਹ ਇੱਕ ਆਵੇਗਾ ਜਿਹੜਾ ਆ ਕੇ ਸ਼ੈਤਾਨ ਦੇ ਸਿਰ ਨੂੰ ਖੋਪੜੀ ਨੂੰ ਫੇਵੇਗਾ ਤੇ ਉਹ ਸਾਡਾ ਮੁਕਤੀਦਾਤਾ ਹੋਵੇਗਾ। It was God's way of keeping the promise to himself by keeping this remnant through whom will come the savior to the world. ਪਰਮੇਸ਼ਵਰ ਨੇ ਆਪਣੇ ਦੇ ਲਈ ਜਿਹੜੇ ਥੋੜੇ ਬੱਚੇ ਲੋਕ ਸੀਗੇ ਉਹ ਬਚਾ ਕੇ ਰੱਖੇ ਹੋਏ ਸੀਗੇ, ਜਿਹਦੇ ਦੁਆਰਾ ਉਹਨੇ ਆਪਣਾ ਵਾਅਦਾ ਪੂਰਾ ਕਰਨਾ ਸੀਗਾ, ਜਿਹਦੇ ਦੁਆਰਾ ਪਰਮੇਸ਼ਵਰ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਸਾਡਾ ਮੁਕਤੀਦਾਤਾ ਜਿਹਦੇ ਵਿੱਚ ਦੀ ਭੇਜਣਾ ਸੀ। So book of Judges is a book that reveals a lot of human nature and failures and how God puts with it in yet be gracious to keep his promises. ਨਿਆਂਇਆਂ ਦੀ ਕਿਤਾਬ ਅਸੀਂ ਦੇਖਦੇ ਹਾਂ ਕਿ ਇਹ ਜਿਹੜੀ ਕਿਤਾਬ ਹੈਗੀ ਹੈ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਨਸਾਨੀਅਤ ਦੀ ਜਿਹੜੀ ਆਪਣੇ ਸੋਚਾਂ ਦੇ ਮੁਤਾਬਕ ਬਹੁਤ ਕੁਝ ਕੀਤਾ ਗਿਆ ਹੈਗਾ, ਪਰ ਫਿਰ ਵੀ ਪਰਮੇਸ਼ਵਰ ਨੇ ਇਹਨਾਂ ਨੂੰ ਇਸਤੇਮਾਲ ਕੀਤਾ ਤਾਂ ਕਿ ਜੋ ਉਹਦਾ ਵਾਅਦਾ ਕੀਤਾ ਹੋਇਆ ਸੀਗਾ ਉਹ ਪੂਰਾ ਕਰੇ। So these judges were simple people with a lot of flaws and weaknesses, nothing different than who we are. We are simple ordinary people. ਤੇ ਜਿਹੜੇ ਨਿਆਈ ਸੀਗੇ ਇਹ ਵੀ ਸਾਡੇ ਵਰਗੇ ਇਨਸਾਨ ਸੀਗੇ, ਇਹ ਵੀ ਇਨਸਾਨ ਲੋਕ ਸੀਗੇ ਜਿਹੜੇ ਗਲਤੀਆਂ ਕਰਦੇ ਸੀਗੇ, ਡਿੱਗਦੇ ਸੀਗੇ। ਹਾਂ ਕਿ ਆਮ ਇਨਸਾਨ ਜਿਸ ਤਰ੍ਹਾਂ ਤੁਸੀਂ ਤੇ ਅਸੀਂ ਹੈਗੇ ਆ, ਇਹੋ ਜਿਹੇ ਇਨਸਾਨ ਸੀਗੇ, ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਸੀਗਾ ਹੈਗਾ। But they were called by God and hence they were judges. God chooses ordinary people and gets great things done through them. ਤਾਂ ਫਿਰ ਵੀ ਅਸੀਂ ਦੇਖਦੇ ਹਾਂ ਪਰਮੇਸ਼ਵਰ ਨੇ ਇਹਨਾਂ ਨੂੰ ਚੁਣਿਆ, ਇਹਨਾਂ ਨੂੰ ਇਸਤੇਮਾਲ ਕਰਦਾ ਸੀਗਾ। ਇਸੇ ਤਰ੍ਹਾਂ ਅਸੀਂ ਵੀ ਦੇਖਦੇ ਹਾਂ ਆਪਣੇ ਵਿੱਚ ਕਿ ਹਾਂ ਕਿ ਅਸੀਂ ਵੀ ਆਮ ਇਨਸਾਨ ਹੈਗੇ ਆ, ਪਰਮੇਸ਼ਵਰ ਨੇ ਸਾਨੂੰ ਵੀ ਚੁਣਿਆ ਹੈਗਾ, ਸਾਨੂੰ ਵੀ ਇਸਤੇਮਾਲ ਕਰਦਾ। So it happens during the time of Gideon, he's probably about 5th or 6th judge in the book of Judges, chapter 6. ਨਿਆਂਇਆਂ ਦੀ ਕਿਤਾਬ ਦੇ ਵਿੱਚ ਦੇਖਦੇ ਹਾਂ 6 ਅਧਿਆਇ ਦੇ ਵਿੱਚ ਜਿਹੜਾ ਗਿਦਿਓਨ ਸੀਗਾ, ਹੋ ਸਕਦਾ 5ਵਾਂ 6ਵਾਂ ਇਹ ਨਿਆਈ ਹੋਵੇ। He says, Then the children of Israel did evil in the sight of the Lord, so the Lord delivered them into the hands of Midian for 7 years. ਅਸੀਂ ਦੇਖਦੇ ਹੈਗੇ ਹਾਂ ਕਿ ਜਿਹੜੀ ਇਜ਼ਰਾਈਲ ਕੌਮ ਸੀ ਉਹਨਾਂ ਨੇ ਪਾਪ ਕੀਤਾ, ਪਾਪ ਦੇ ਕਾਰਨ ਅਸੀਂ ਇਹ ਵੀ ਦੇਖਦੇ ਹਾਂ ਕਿ ਉਹਨਾਂ ਨੇ ਆਪਣੀ ਮਰਜ਼ੀ ਦੇ ਮੁਤਾਬਕ ਕੀਤਾ ਜੋ ਉਹਨਾਂ ਨੂੰ ਪਸੰਦ ਆਇਆ ਸੀਗਾ, ਪਰ ਫਿਰ ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਪਰਮੇਸ਼ਵਰ ਨੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿੱਤਾ। 7 years of oppression, you do whatever you do, they come and destroy, they take your stuff, they burn your barns, they burn your fields. It's trouble for 7 continuous years. 7 ਸਾਲ ਉਹਨਾਂ ਨੂੰ ਉਹਨਾਂ ਨੇ ਬੰਧਨ ਦੇ ਵਿੱਚ ਰੱਖਿਆ ਹੈਗਾ। ਹਾਂ ਕਿ ਉਹਨਾਂ ਦੇ ਉੱਤੇ ਮੁਸ਼ਕਲਾਂ ਆਈਆਂ, ਮੁਸੀਬਤਾਂ ਆਈਆਂ, ਹਾਂ ਕਿ ਜੋ ਕੁਝ ਤੁਹਾਡੀ ਮਰਜ਼ੀ ਆਉਂਦਾ ਹੈਗਾ ਤੁਸੀਂ ਕਰੋ, ਹੁਣ ਤੁਸੀਂ ਉਹਨਾਂ ਦੇ ਹੱਥ ਵਿੱਚ ਦਿੱਤੇ ਗਏ ਹਾਂ। Israeli people are now hiding, keeping their stuff in hiding. They can't come in open, because if they come in open and do some business, these Midians will come and take it all. ਤੇ ਜਿਹੜੇ ਇਜ਼ਰਾਈਲੀ ਲੋਕ ਸੀਗੇ ਹੁਣ ਲੁਕੇ ਹੋਏ ਸੀਗੇ, ਤੇ ਜੇ ਉਹ ਬਾਹਰ ਨਿਕਲ ਕੇ ਆਉਂਦੇ ਜਿਹੜੇ ਇਹ ਲੋਕੀ ਸੀਗੇ ਜਿਹੜੇ ਦੁਸ਼ਮਣ ਸੀਗੇ ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਫੜ ਲੈਣਾ ਸੀਗਾ, ਇਸ ਕਰਕੇ ਉਹ ਲੁਕੇ ਹੋਏ ਰਹਿੰਦੇ ਸੀਗੇ। Over 7 years of continuous stress, they have forgotten their God and they started doubting. We heard about God doing so many miracles, but why God has left us now? 7 ਸਾਲ ਉਹ ਬੰਧਨ ਦੇ ਵਿੱਚ ਸੀਗੇ ਹੈਗੇ ਤੇ ਡਰਦੇ ਸੀਗੇ, ਲੁਕੇ ਹੋਏ ਸੀਗੇ, ਤੇ ਉਹ ਇਹ ਸੋਚਦੇ ਸੀਗੇ ਕਿ ਹਾਂ ਕਿ ਪਰਮੇਸ਼ਰ ਕਿੱਥੇ ਹੈਗੇ, ਕਿਉਂ ਸਾਨੂੰ ਪਰਮੇਸ਼ਰ ਨੇ ਛੱਡ ਦਿੱਤਾ, ਕਿੱਥੇ ਚਲਾ ਗਿਆ ਪਰਮੇਸ਼ਰ। They've become coward, they've become filled with fear. ਉਹ ਡਰ ਦੇ ਨਾਲ ਭਰ ਗਏ ਤੇ ਉਹ ਦੜਪੌਕ ਹੋ ਗਏ। And we can see that in verse 11 it says, Gideon was threshing wheat in winepress in order to hide it from the Midianites. ਮਿਦੋਨੀਆ ਤੋਂ ਜਿਹੜੇ ਸੀਗੇ ਉਹਨਾਂ ਤੋਂ ਲੁਕ ਕੇ ਉਹ ਕੰਮ ਕਰ ਰਿਹਾ ਸੀਗਾ ਕਿ ਹਾਂ ਕਿ ਜਿਸ ਵੇਲੇ ਉਹ ਮਹਿ ਬਣਾ ਰਿਹਾ ਸੀਗਾ ਉਹ ਲੁਕ ਛੁਪ ਕੇ ਕਰ ਰਿਹਾ ਸੀਗਾ ਆਪਣੇ ਕੰਮ। And at such a time the Lord appears
ਇਹੋ ਜੀ ਹਾਲਤ ਦੇ ਵਿੱਚ ਆ ਕੇ ਪਰਮੇਸ਼ਵਰ ਨੇ ਉਹਨੂੰ ਦਰਸ਼ਨ ਦਿੱਤਾ And he calls him, "The Lord is with you, you mighty man of valor." ਤਾਂ ਹਾਂ ਕਿ ਉਹਨੂੰ ਉਹ ਆ ਕੇ ਕਿਹਾ ਕਿ ਹਾਂ ਕਿ ਤੂੰ ਪਰਮੇਸ਼ਵਰ ਦਾ ਚੁਣਿਆ ਹੋਇਆ ਹੈਗਾ, ਤੂੰ ਸੂਰਬੀਰ ਮਨੁੱਖ ਹੈ ਜਿਹਨੂੰ ਪਰਮੇਸ਼ਵਰ ਨੇ ਚੁਣਿਆ। It just, when Gideon must have heard this, it must have really put him ashamed. First of all, mighty man of valor, but I'm hiding here. ਤੇ ਜੇ ਉਹ ਜਿਸ ਵੇਲੇ ਇਹ ਲਫ਼ਜ਼ ਉਹਨੇ ਸੁਣੇ ਹੋਣੇ ਕਿ ਤੂੰ ਤਾਂ ਬਹੁਤ ਸੂਰਬੀਰ ਮਨੁੱਖ ਹੈਗਾ, ਯੋਧਾ ਹੈਗਾ, ਪਰ ਜਿਸ ਵੇਲੇ ਇਹ ਲਫ਼ਜ਼ ਸੁਣੇ ਹੋਣੇ ਉਹ ਸ਼ਰਮਿੰਦਾ ਹੋਇਆ ਹੋਣਾ ਤੇ ਮੈਂ ਤਾਂ ਇਸ ਵੇਲੇ ਲੁਕਿਆ ਫਿਰਦਾ ਹੈਗਾ, ਲੁਕੇ ਬੈਠਾ ਹੈਗਾ, ਤੇ ਮੈਨੂੰ ਇਹ ਲਫ਼ਜ਼ ਕਹੇ ਗਏ ਹੈਗੇ, ਇਹ ਤੋਂ ਸ਼ਰਮਿੰਦਾ ਹੋਇਆ ਹੋਣਾ। And the Lord is with us. How can it be? In the verse 13 it says, "Then where are all the miracles? Why are we in a state like this if the Lord is with us?" ਜੇ ਪਰਮੇਸ਼ਰ ਸਾਡੇ ਨਾਲ ਹੈ, ਜਿਹੜੇ ਚੰਬੇ ਕੰਮ ਹੈ ਉਹ ਕਿਉਂ ਨਹੀਂ ਹੁੰਦੇ ਹੈਗੇ ਆ ਕਿ ਅਸੀਂ ਲੁਕੇ ਹੋਏ ਕਾਤੇ ਹੈਗੇ ਜੇ ਪਰਮੇਸ਼ਰ ਸਾਡੇ ਨਾਲ ਹੈ। The Lord says, "I've chosen you, and you will go in this might of yours, and you shall save Israel from the hands of Midianites. Have I not sent you?" ਕਿ ਮੈਂ ਨਹੀਂ ਤੈਨੂੰ ਭੇਜਿਆ ਹੈਗਾ, ਤੂੰ ਜਾ ਕੇ ਇਹ ਜਿਹੜੇ ਮੀਡੀਅਨਸ ਹੈਗੇ ਲੋਕ, ਇਹਨਾਂ ਦੇ ਕੋਲੋਂ ਤੁਸੀਂ ਜਿਹੜੇ ਲੋਕ ਮੇਰੇ ਲੋਕ ਹਨ, ਜਿਹੜੇ ਇਜ਼ਰਾਈਲੀ ਕੌਮ ਹੈਗੀ ਆ, ਕਿ ਤੂੰ ਨਾ ਬਚਾਵੇਂ ਜਾ ਕੇ, ਕਿਉਂਕਿ ਤੈਨੂੰ ਮੈਂ ਸੂਰਬੀਰ ਕਿਹਾ ਹੈ। Gideon is saying, where are all his miracles? ਗਿਦਿਓਨ ਨੇ ਮੋਰਿਓ ਕਹਿੰਦਾ ਕਿ ਪਰਮੇਸ਼ਰ ਦੇ ਜਿਹੜੇ ਚੰਬੇ ਕੰਮ ਹੈ ਉਹ ਕਿੱਥੇ ਹੈ। In that response, the Lord is saying, have I not sent you? ਕਿ ਉੱਥੋਂ ਪਰਮੇਸ਼ਰ ਇਹਦਾ ਜਵਾਬ ਦਿੰਦਾ ਹੈ ਕਿ ਮੈਂ ਨਹੀਂ ਤੈਨੂੰ ਭੇਜਿਆ ਇਹ ਕੰਮ ਕਰਨੇ ਨੂੰ। Out of all the impossibilities, ਜੋ ਕੁਛ ਸਾਰੇ ਉਹਨਾਂ ਦੇ ਸਾਹਮਣੇ ਸੀ ਨਾਮੁਮਕਿਨ ਦੀਆਂ ਗੱਲਾਂ ਚੀਜ਼ਾਂ, hopelessness, if the God himself comes and speaks to you that I've chosen you, ਜਿਸ ਵੇਲੇ ਉਹਨਾਂ ਦੀ ਜਿਹੜੀ ਉਹ ਹਾਲਤ ਸੀਗੀ ਉਹਦੇ ਵਿੱਚ ਹੋਰ ਨਿਰਾਸ਼ ਸੀਗੇ, ਉਹਨਾਂ ਕੋਲ ਕੋਈ ਆਸ ਨਹੀਂ, ਪਰ ਉਸ ਹਾਲਤ ਦੇ ਵਿੱਚ ਆ ਕੇ ਪਰਮੇਸ਼ਰ ਉਹ ਕਹਿੰਦਾ ਕਿ ਮੈਂ ਤੈਨੂੰ ਨਹੀਂ ਚੁਣਿਆ ਹੈਗਾ। that itself is a miracle. ਇਹ ਇੰਨੇ ਦੇ ਵਿੱਚ ਹੀ ਇਹ ਚੰਬਾ ਕੰਮ ਦਿਸਦਾ ਸਾਨੂੰ। So Gideon is struggling to believe, and he asks for signs. ਗਿਦਿਓਨ ਨੇ ਵਿਸ਼ਵਾਸ ਕਰਨ ਲੱਗ ਪਿਆ ਥੋੜਾ ਤੇ ਫਿਰ ਉਹਨੇ ਇੱਕ ਨਿਸ਼ਾਨ ਮੰਗਿਆ। He almost 3 times tested God there. 3 ਵਾਰੀ ਪਰਮੇਸ਼ਰ ਦਾ ਸਾਹਮਣਾ ਉਹਨੇ ਕੀਤਾ। There he says, wait, I'll bring you food, an offering, and then the offering is brought, and the Lord touches the offering with the end of his staff, and it burns up and as accepted sacrifice. ਪਹਿਲੀ ਵਾਰ ਹੈ ਕਰਦਾ ਕਿ ਉਹ ਖਾਣਾ ਜਿਹੜਾ ਹੈਗਾ ਆ ਉਹ ਚੜਾਵਾ ਲੈ ਕੇ ਆਉਂਦਾ ਹੈਗਾ, ਪਰਮੇਸ਼ਰ ਆਪਣੀ ਸੋਟੀ ਦੇ ਨਾਲ ਉਂਗਲ ਦੇ ਨਾਲ ਉਹਨੂੰ ਲਾਉਂਦਾ ਤੇ ਕਬੂਲ ਕਰਦਾ। He does go ahead and breaks the altar of Baal, the temple which his own father was keeper. ਤੇ ਬਿਆਲ ਦੇ ਜਿਹੜੇ ਉਹਨੇ ਮੰਦਿਰ ਬਣਾਏ ਹੋਏ ਸੀਗੇ, ਜਿਹੜੇ ਉਹਦੇ ਪਿਓ ਨੇ ਬਣਾਏ ਸੀਗੇ, ਉਹਦੀ ਪੂਜਾ ਕਰਦਾ ਸੀਗਾ। ਪਹਿਲੀ ਗੱਲ ਉਹਦੇ ਪਿਓ ਦੇ ਜਿਹੜੇ ਬਣਾਏ ਹੋਏ ਸੀਗੇ ਮੰਦਿਰ, ਮੂਰਤੀ ਪੂਜਾ ਕਰਦੇ ਸੀਗੇ, ਉਹਨਾਂ ਨੂੰ ਢਾਇਆ। He does that not so boldly, he does that in the night quietly so that nobody can see, because he is still fearful. He is not sure whether the Lord has really asked him to do these great things. ਉਹਨੇ ਖੁੱਲੇ ਆਮ ਨਹੀਂ ਸੀ ਕੀਤਾ, ਉਹਨੇ ਰਾਤ ਦੇ ਵੇਲੇ ਕੀਤਾ ਸੀ, ਲੁੱਕ ਕੇ ਕੀਤਾ ਸੀਗਾ, ਕਿਉਂਕਿ ਡਰਦਾ ਸੀਗਾ ਕਿ ਹਾਲੇ ਵੀ ਉਹਨੂੰ ਸ਼ੱਕ ਸੀਗੀ ਕਿ ਹਾਂ ਕਿ ਇਹ ਪਰਮੇਸ਼ਰ ਨਾਲ ਹੈਗਾ ਜਾਂ ਕਿ ਨਹੀਂ ਹੈਗਾ, ਕਿ ਉਹ ਲੁੱਕ ਛੁਪ ਕੇ ਕਰਦਾ ਸੀ, ਡਰਦਾ ਹੋਇਆ ਕਰਦਾ ਸੀ। And now again God is calling him to fight against the mighty army of Midianites. ਮੀਡੀਆਨਾਈਟ ਦੀ ਜਿਹੜੀ ਆਰਮੀ ਫੌਜ ਸੀਗੀ, ਉਹਨਾਂ ਨੂੰ ਹੁਣ ਪਰਮੇਸ਼ਰ ਕਹੇਗਾ ਤੂੰ ਅੱਗੇ ਆ ਕੇ ਉਹਨਾਂ ਦੇ ਨਾਲ ਲੜਾਈ ਕਰ, ਜੰਗ ਕਰ। Gideon cannot fight it on his own. ਗਿਦਿਓਨ ਜਿਹੜਾ ਸੀਗਾ ਉਹ ਆਪਣੇ ਆਪ ਤਾਂ ਨਹੀਂ ਸੀ ਲੜਾਈ ਕਰ Calls ਸਕਦਾ। for all his people, all the tribes of Israel. ਸਾਰੀ ਦੀ ਸਾਰੀ ਕੌਮ ਨੂੰ ਉਹਨੇ ਆਪਣੇ ਨਾਲ ਸੱਦਿਆ। Almost 30,000 people come to fight the fight. ਉਹ ਲੜਾਈ ਦੇ ਵਿੱਚ 30,000 ਲੋਕੀ ਇਕੱਠੇ ਹੋਏ ਸੀਗੇ ਲੜਾਈ ਕਰਨ ਵਾਸਤੇ। So many lives are at stake. ਹੁਣ ਇੱਥੇ ਦੇਖਦੇ ਹਾਂ ਕਿ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਦਾਅ ਲੱਗਾ ਹੋਇਆ। If I go in the war, and if everybody is already fearful, filled with fear, and there is no confidence, although we are big in number. ਤੇ ਅਸੀਂ ਦੇਖਦੇ ਹਾਂ ਕਿ ਜਿਸ ਵੇਲੇ ਇਹੋ ਜਿਹੀ ਫੌਜ ਹੈਗੀ, ਇੰਨੀ ਗਿਣਤੀ ਹੈਗੀ ਆ, 30,000 ਲੋਕ ਹੈਗੇ ਆ, ਉਹਨਾਂ ਦੇ ਵਿੱਚ ਹਲੇ ਡਰ ਹੈਗਾ, ਉਹਨਾਂ ਨੂੰ ਕੋਈ ਦਲੇਰੀ ਨਹੀਂ ਹੈਗੀ, ਫਿਰ ਵੀ ਡਰਦੇ ਹੈਗੇ ਆ, ਪਰ ਜਾਨਾਂ ਜਿਹੜੀਆਂ ਹੈਗੀਆਂ ਖਤਮ ਹੋ ਜਾਣੀਆਂ, ਇਸ ਕਰਕੇ ਉਹ ਇੱਥੇ ਹਲੇ ਰੁਕੇ ਹੋਏ ਹੈ। Hence Gideon is asking God for assurance. ਤੇ ਉਹਨਾਂ ਦੇ ਕੋਲ ਕੋਈ ਯਕੀਨ ਨਹੀਂ ਸੀਗਾ ਉਸ ਵੇਲੇ, ਤਾਂ ਫਿਰ ਕੀ ਗਿਦਿਓਨ ਕੀ ਕਰਦਾ, ਉਹ ਆ ਕੇ ਪਰਮੇਸ਼ਰ ਕੋਲੋਂ ਯਕੀਨ ਮੰਗਦਾ। He was not asking God to reveal his will. He just wants this guarantee that God is with me. ਉਹ ਇਹ ਨਹੀਂ ਸੀਗਾ ਕਿ ਹਾਂ ਕਿ ਪਰਮੇਸ਼ਰ ਦੀ ਮਰਜ਼ੀ ਨੂੰ ਪਤਾ ਕਰੇ ਕਿ ਪਰਮੇਸ਼ਰ ਦੀ ਮਰਜ਼ੀ ਕੀ ਹੈਗੀ ਆ, ਪਰ ਉਹ ਇਹ ਕਹਿੰਦਾ ਸੀਗਾ ਕਿ ਹਾਂ ਕਿ ਪਰਮੇਸ਼ਰ ਤੂੰ ਸਾਡੇ ਨਾਲ ਹੈ ਕਿ ਨਹੀਂ। That the God who has called him to do something is truly greater than
Baal, the other idols they were worshipping. ਤਾਂ ਹਾਂ ਜ਼ਰੂਰ ਜਿਹੜਾ ਪਰਮੇਸ਼ਰ ਨੇ ਜਿਹਨੇ ਸੱਦਿਆ ਸੀਗਾ ਗਿਦਿਅਨ ਨੂੰ, ਉਹਨਾਂ ਨਾਲੋਂ ਜਿਹੜਾ ਬਾਲ ਸੀਗਾ, ਬਾਕੀ ਹੋਰ ਜਿਹੜੀ ਮੂਰਤੀ ਪੂਜਾ ਦੇ ਦੇਵੀ ਦੇਵਤੇ ਹੈਗੇ, ਉਹਨਾਂ ਨੂੰ ਬਹੁਤ ਵੱਡਾ ਹੈਗਾ, ਮਹਾਨ ਹੈ। So we read where it says, he says, I will put a fleece in the threshing floor. ਹਾਂ ਕਿ ਉਹਨੇ ਕਿਹਾ ਕਿ ਹਾਂ ਕਿ ਜਿਹੜੀ ਚਾਦਰ ਹੈਗੀ ਆ ਕਿ ਉਹ ਜਿੱਥੇ ਕਣਕ ਪੀਸੀ ਜਾਂਦੀ ਛਿੱਟੇ ਫੀਏ ਜਾਂਦੇ ਹੈਗੇ, ਉੱਥੇ ਰੱਖਾਂਗਾ। And the region is quite hot during the daytimes, but in the night it gets really cold, and due to the condensation the dew is quite a lot on the water as when you get up early morning and go outside. ਜਿਸ ਵੇਲੇ ਸਵੇਰ ਦਾ ਵੇਲਾ ਹੁੰਦਾ, ਉਸ ਵੇਲੇ ਤਰੇਲ ਜਿਹੜੀ ਪੈਂਦੀ ਹੈਗੀ ਆ, ਬਹੁਤ ਹੁੰਦੀ ਹੈਗੀ ਆ, ਗਰਮੀ ਹੁੰਦੀ ਹੈ ਦਿਲ ਦੇ ਵੇਲੇ, ਰਾਤ ਦੇ ਵੇਲੇ ਤਰੇਲ ਪੈਂਦੀ ਹੈ, ਸਵੇਰ ਨੂੰ ਬਹੁਤ ਤਰੇਲ ਹੁੰਦੀ ਹੈ ਸਵੇਰ ਦੇ ਵੇਲੇ, ਪਰ ਦੁਪਹਿਰ ਦੇ ਵੇਲੇ ਬਹੁਤ ਗਰਮੀ ਹੁੰਦੀ ਹੈ, ਸੁੱਕ ਜਾਂਦੀ ਹੈ। And he probably knows that because these were coward people, fearful people. They will do whatever they want to do early morning before the Midianites get up. So he knows in the morning is quite a lot dew out there. ਤੇ ਉਹ ਜਾਣਦਾ ਸੀਗਾ ਕਿ ਉਹ ਜਾਣਦਾ ਸੀਗਾ, ਇਹੋ ਜਿਹੇ ਮਾਹੌਲ ਦੇ ਵਿੱਚ ਰਹਿੰਦਾ ਸੀਗਾ ਕਿ ਹਾਂ ਕਿ ਸਵੇਰ ਦੇ ਵੇਲੇ ਉਹ ਸਭ ਕੁਝ ਪਹਿਲਾਂ ਉੱਠ ਕੇ ਸਭ ਕੁਝ ਕਰ ਲੈਂਦੇ ਸੀਗੇ। ਉਹਨਾਂ ਨੂੰ ਇਹ ਵੀ ਪਤਾ ਸੀਗਾ ਤਰੇਲ ਹੁੰਦੀ ਹੈਗੀ ਆ ਕਿ ਹਾਂ ਕਿ ਜਿਹੜੇ ਮੀਡੀਅਨ ਲੋਕ ਹੈਗੇ, ਉਹਨਾਂ ਦੇ ਉੱਠਣ ਤੋਂ ਪਹਿਲਾਂ ਅਸੀਂ ਆਪਣਾ ਸਾਰਾ ਕੰਮ ਜਿਹੜਾ ਹੈਗਾ ਉਹ ਕਰ ਲਈਏ, ਕਿਉਂਕਿ ਉਹ ਡਰਦੇ ਸੀਗੇ, ਡਰਪੋਕ ਬਣ ਗਏ ਸੀ। So he says, Lord, I want to see a miracle here, an answer that if I put a fleece there, if only the fleece get wet and nothing else, everything is dry, then I will believe. ਤੇ ਉਹ ਕਹਿੰਦਾ ਕਿ ਹਾਂ ਕਿ ਪਰਮੇਸ਼ਰ ਜਿਹੜਾ ਕਿ ਉਹਨੇ ਗੁੱਛਾ ਰੱਖਿਆ ਸੀਗਾ ਵੀ ਹਾਂ ਕਿ ਤਰੇਲ ਜਿਹੜੀ ਹੈਗੀ ਆ ਇਹਦੇ ਉੱਤੇ ਪਵੇ ਤੇ ਆਲਾ ਦੁਆਲਾ ਜਿਹੜਾ ਸੁੱਕਿਆ ਸਾਰੀ ਧਰਤੀ ਸੁੱਕੀ ਰਵੇ, ਤੇ ਫਿਰ ਮੈਂ ਯਕੀਨ ਕਰਾਂਗਾ। And God graciously does it. ਪਰਮੇਸ਼ਰ ਕਿਰਪਾ ਦੇ ਵਿੱਚ ਹੋ ਕੇ ਕਰਦਾ। But the fear is so big. He says, you know what? Father, forgive me, God forgive me, I want to test you one more time. Can you do the exact opposite, that this time the dew may be everywhere but my fleece remains dry? ਤੇ ਉਹ ਡਰ ਦੇ ਨਾਲ ਇੰਨਾ ਭਰਿਆ ਹੋਇਆ ਸੀਗਾ, ਤੇ ਉਹ ਕਹਿੰਦਾ ਕਿ ਪਰਮੇਸ਼ਰ ਦੇ ਗਿਆ ਕਿ ਕਹਿੰਦਾ ਕਿ ਮੈਨੂੰ ਮਾਫ ਕਰੀ ਕਿ ਜੋ ਮੈਂ ਕਹਿਣ ਲੱਗਾ ਹੈਗਾ, ਕਿ ਪਰ ਹੁਣ ਤੂੰ ਇਸ ਤੋਂ ਉਲਟ ਕਰੀ, ਜਿਹੜੀ ਕਿ ਧਰਤੀ ਆਲੇ ਦੁਆਲੇ ਦੀ ਹੈਗੀ ਆ ਉਹ ਤੇ ਤਰੇਲ ਪਵੇ, ਤੇ ਜਿਹੜੇ ਉੱਨ ਰੱਖੀ ਹੋਈ ਹੈਗੀ ਆ ਇਹ ਸੁੱਕੀ ਹੋਵੇ। And God did that as well for him. ਪਰਮੇਸ਼ਰ ਨੇ ਉਹਦੇ ਲਈ ਇਹ ਕੀਤਾ। Is that the pattern for us to pick up, saying, you know what, the sovereign God who does not need anybody, he is full of his authority, he will do everything what we want on our terms? ਕਿ ਅਸੀਂ ਇਸ ਤਰ੍ਹਾਂ ਕਰਦੇ ਪਰਮੇਸ਼ਰ ਦੇ ਨਾਲ ਕਿ ਜਿਸ ਤਰ੍ਹਾਂ ਸਾਡੀ ਮਰਜ਼ੀ ਹੈਗੀ ਉਸ ਤਰ੍ਹਾਂ ਪਰਮੇਸ਼ਰ ਕਰੇ, ਪਰ ਪਰਮੇਸ਼ਰ ਜਿਹੜਾ ਸਾਰਾ ਕੁਝ ਜਾਣਦਾ ਹੈਗਾ ਕਿ ਜੇ ਅਸੀਂ ਉਹਦੇ ਕੋਲ ਆ ਕੇ ਮੰਗੀਏ ਕਿ ਉਹ ਸਾਡੇ ਲਈ ਕਰੂਗਾ ਨਹੀਂ। It is God's gracious approach to his chosen one and giving him whatever he wants to be able to prepare them for the next task. ਹਾਂ ਕਿ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਉਹਦੇ ਆਪਣੇ ਲੋਕਾਂ ਦੇ ਕੋਲ ਆਉਂਦਾ, ਆਪਣੀ ਕਿਰਪਾ ਉਹਨਾਂ ਦੇ ਉੱਤੇ ਬਖਸ਼ਦਾ ਹੈਗਾ, ਜੋ ਪਰਮੇਸ਼ਰ ਚਾਹੁੰਦਾ ਹੈਗਾ ਉਹ ਕਿਰਪਾ ਦੇ ਵਿੱਚ ਉਹਨਾਂ ਨੂੰ ਰੱਖ ਕੇ ਫਿਰ ਅੱਗੇ ਭੇਜਦਾ ਕਿ ਉਹ ਕਰਨ। But it should never become our pattern, our way of knowing God's will. ਤੇ ਸਾਡਾ ਵੀ ਇਹੋ ਜਿਹਾ ਤਰੀਕਾ ਨਾ ਹੋਵੇ ਕਿ ਹਾਂ ਕਿ ਅਸੀਂ ਪਰਮੇਸ਼ਰ ਦੇ ਅੱਗੇ ਆ ਕੇ ਉਹਨੂੰ ਪਰਖੀਏ ਕਿ ਹਾਂ ਕਿ ਪਰਮੇਸ਼ਰ ਤੂੰ ਆਹ ਕਰੂੰਗਾ ਤੇ ਮੈਂ ਆਹ ਕਰੂੰਗਾ। ਸਾਡਾ ਇਹ ਰਿਵਾਜ ਨਹੀਂ ਹੋਣਾ ਚਾਹੀਦਾ। It's really funny. Gideon was trying to get God's confidence while he had the 30,000 people as his army. 30,000 30,000. ਲੋਕੀ ਉਹਦੇ ਕੋਲ ਹੁੰਦੇ ਹੋਏ ਵੀ ਫਿਰ ਵੀ ਉਹਨੂੰ ਪਰਮੇਸ਼ਰ ਦਾ ਯਕੀਨ ਚਾਹੀਦਾ ਸੀਗਾ। And the Lord says to him, you know what, the army you have is too big. I don't want that big army, because when you win the war, your people will say, we have had our victory, not the Lord. ਜਿਹੜੇ 30,000 ਲੋਕ ਸੀਗੇ ਤੇ ਉਹ ਦੇਖ ਕੇ ਪਰਮੇਸ਼ਰ ਗਿਦਿਓਨ ਨੂੰ ਕਹਿੰਦਾ ਕਿ ਹਾਂ ਕਿ ਮੈਂ ਨਹੀਂ ਚਾਹੁੰਦਾ ਕਿ 30,000 ਲੋਕ ਤੇਰੇ ਨਾਲ ਹੋਣ, ਇਹ ਨਾ ਹੋਵੇ ਕਿ ਜਿਸ ਵੇਲੇ 30,000 ਲੋਕੀ ਲੜਾਈ ਦੇ ਵਿੱਚ ਜਾ ਕੇ ਜੰਗ ਕਰਨ ਤਾਂ ਜਿੱਤ ਜਾਣ ਤੇ ਕਹਿਣ ਕਿ ਹਾਂ ਕਿ ਅਸੀਂ ਆਪਣੀ ਤਾਕਤ ਦੇ ਨਾਲ ਇਹ ਸਭ ਕੁਝ ਜਿੱਤਿਆ ਹੈ। So ask if there are anybody who are still scared or worried, let them go. ਉਹਨੇ ਕਿਹਾ ਕਿ ਹਾਂ ਕਿ ਲੋਕਾਂ ਨੂੰ ਇਹ ਉਹਨਾਂ ਦੇ ਅੱਗੇ ਜਾ ਕੇ ਪੁਕਾਰ ਕਿ ਹਾਂ ਕਿ ਜਿਹੜਾ ਡਰਦਾ ਹੈਗਾ, ਜਿਹੜਾ ਘਬਰਾਉਂਦਾ ਹੈਗਾ, ਜਿਹੜਾ ਨਹੀਂ ਲੜਾਈ ਜਾਣਾ ਚਾਹੁੰਦਾ ਹੈਗਾ, ਉਹਨਾਂ ਨੂੰ ਕਹਿ ਕੇ ਉਹ ਘਰ ਵਾਪਸ ਚਲੇ ਜਾਣ। And it says there are 20,000 who went back out of 30,000. ਉੱਥੇ ਲਿਖਿਆ ਹੋਇਆ ਕਿ 30,000 ਦੇ ਵਿੱਚੋਂ 20,000 ਘਰ ਵਾਪਸ ਮੁੜ ਗਏ। Why did they come in the first place? ਪਹਿਲਾਂ ਕਿਉਂ ਉਹ ਆਏ ਸੀਗੇ ਲੜਾਈ ਕਰਨ? They just came because of the peer pressure, probably. My brother is going, my uncle is going, and like that everybody came with some passion of fear or peer pressure there. But the fear was so overwhelming. Gideon was just a representation of them. ਤੇ ਅਸੀਂ ਦੇਖਦੇ ਹੈਗੇ ਹਾਂ ਕਿ ਉਹ 30,000 ਜਿਹੜੇ ਲੋਕੀ ਆਏ ਸੀਗੇ ਉਹਨਾਂ ਦੇ ਵਿੱਚ ਹੋ ਸਕਦਾ ਕਿ ਹਾਂ ਕਿ ਜਿਹੜੇ ਸਾਡੇ ਨਾਲ ਦੇ ਗੁਆਂਢੀ ਗਏ ਆ ਜਾਂ ਕਿ ਰਿਸ਼ਤੇਦਾਰ ਗਏ ਹੈਗੇ, ਸਾਨੂੰ ਵੀ ਜਾਣਾ ਚਾਹੀਦਾ ਹੈਗਾ, ਪਰ ਹਾਂ ਕਿ ਉਹ ਜਾ ਰਿਹਾ ਹੈਗਾ, ਮੈਂ ਵੀ ਜਾ ਰਿਹਾ ਹੈਗਾ, ਪਰ ਅਸੀਂ ਦੇਖਦੇ ਹੈਗੇ ਹਾਂ ਗਿਡੀਅਨ ਦੇ ਵਿੱਚ ਵੀ ਡਰ ਸੀਗਾ, ਸਾਰੇ ਉਹ ਡਰਦੇ ਸੀਗੇ। 20,000 went back, 10,000 left. God says, still there are too many.
30,000 ਦੇ ਵਿੱਚੋਂ 20,000 ਚਲੇ ਗਏ, 10,000 ਰਹਿ ਗਏ, ਪਰ ਫਿਰ ਵੀ ਪਰਮੇਸ਼ਵਰ ਨੇ ਕਿਹਾ ਇਹ ਵੀ ਬਹੁਤ ਜ਼ਿਆਦਾ ਹੈ। And God reduced them down to 300 people only. ਪਰ ਪਰਮੇਸ਼ਵਰ ਨੇ ਕੀ ਕੀਤਾ, 10,000 ਦੇ ਵਿੱਚੋਂ ਵੀ 300 ਨੂੰ ਚੁਣਿਆ। And He gives them the victory over Midianites and all the enemies with just those 300 people. ਪਰਮੇਸ਼ਵਰ ਨੇ ਕੀ ਕੀਤਾ, 300 ਲੋਕਾਂ ਨੂੰ ਲੈ ਕੇ ਜਿਹੜੇ ਦੁਸ਼ਮਣ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੇ ਜਿੱਤ ਪਾਈ। ਜਿਹੜੇ ਉਹਦੇ ਦੁਸ਼ਮਣ ਸੀਗੇ, ਮੀਡੀਅਨ ਸੀਗੇ, ਹੋਰ ਜਿਹੜੇ ਦੁਸ਼ਮਣ ਸੀਗੇ ਉਹਨਾਂ ਦੇ ਉੱਤੇ 300 ਨੇ ਜਿੱਤ ਪਾਈ। Read those chapter 6, 7, 8. Amazing the way the Lord has dealt with the enemy, and the army came back assured that they have not done anything, but the Lord has got the victory for them. ਜੇ ਤੁਸੀਂ ਇਹ ਸਾਰੀ ਕਹਾਣੀ ਜਾਣਨਾ ਚਾਹੁੰਦੇ ਹੈਗੇ 6, 7, 8 ਤੁਸੀਂ ਇਹ ਅਧਿਆਇ ਦੇ ਸਕਦੇ ਨਿਆਂਇਆਂ ਦੇ ਵਿੱਚੋਂ, ਉੱਥੇ ਦੇਖਦੇ ਹੈਗੇ ਕਿ ਉਹ ਜਿਸ ਵੇਲੇ ਉਹ ਲੋਕੀ ਮੁੜ ਕੇ ਆਏ ਜਿੱਤ ਪਾ ਕੇ, ਉਹਨਾਂ ਨੇ ਇਹ ਕਿਹਾ ਕਿ ਹਾਂ ਕਿ ਅਸੀਂ ਨਹੀਂ ਇਹ ਜਿੱਤ ਪਾਈ, ਪਰ ਪਰਮੇਸ਼ਵਰ ਨੇ ਸਾਡੇ ਵਿੱਚ ਹੋ ਕੇ ਆਪ ਜਿੱਤ ਪਾਈ। So Old Testament records of this story so well. ਤੇ ਇਹ ਜਿਹੜੀ ਕਹਾਣੀ ਹੈਗੀ ਹੈ ਬੀਤ ਚੁੱਕੀ ਹੈਗੀ ਹੈ, ਇਹ ਤੇ ਲਿਖੀ ਹੋਈ ਹੈ ਸਾਡੀ ਬਾਈਬਲ ਦੇ ਵਿੱਚ। So should this pattern of putting your fleece be a pattern for the believer to follow? ਕੀ ਇਹੋ ਜਿਹੇ ਰੀਤੀ ਰਿਵਾਜ ਜਿਹੜੇ ਉਹਨੇ ਰੱਖੇ ਸੀਗੇ ਜੋ ਪਰਖਣ ਦੇ ਲਈ, ਕਿ ਸਾਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ? Even today, if you only read the Old Testament without the context through the New Testament, you read it with a veil upon it. ਤੇ ਜਿਸ ਵੇਲੇ ਅਸੀਂ ਕਈ ਵਾਰੀ ਪੜ੍ਹਦੇ ਹੈਗੇ ਹਾਂ ਬਾਈਬਲ ਨੂੰ, ਪੁਰਾਣੇ ਨੇਮ ਨੂੰ, ਨਵੇਂ ਨੇਮ ਨੂੰ, ਇਸ ਤਰੀਕੇ ਨਾਲ ਪੜ੍ਹਦੇ ਹੈਗੇ ਜਿਸ ਤਰ੍ਹਾਂ ਸਾਡੇ ਮੂੰਹ ਦੇ ਉੱਤੇ ਪਰਦਾ ਪਿਆ ਹੁੰਦਾ। We here are blessed because we have a complete revelation, the New Testament as well here, to understand what happened and learn from it. ਤਾਂ ਹਾਂ ਜ਼ਰੂਰ ਹੈ, ਸਾਡੇ ਕੋਲ ਤਾਂ ਲਿਖਤਾਂ ਹੈਗੀਆਂ ਆ, ਅਸੀਂ ਸਵੇਰ ਨੂੰ ਸ਼ਾਮ ਨੂੰ ਪੜ੍ਹ ਸਕਦੇ ਹੈਗੇ ਹਾਂ, ਸਿੱਖ ਸਕਦੇ ਹੈਗੇ ਹਾਂ ਕਿ ਕੀ ਬੀਤਿਆ ਸੀਗਾ, ਇਹਦੇ ਦੁਆਰਾ ਸਾਡੀ ਮਦਦ ਹੁੰਦੀ ਹੈ। There are things in the Old Testament recorded in the history are as an example for us to follow, and some are for us not to follow. ਪਰ ਪੁਰਾਣੇ ਨਿਯਮ ਦੇ ਵਿੱਚ, ਨਵੇਂ ਨਿਯਮ ਦੇ ਵਿੱਚ ਅਸੀਂ ਜਿਸ ਵੇਲੇ ਪੜ੍ਹਦੇ ਹੈਗੇ ਆ, ਸਾਡੇ ਅੱਗੇ ਨਮੂਨੇ ਰੱਖੇ ਹੋਏ ਹੈਗੇ ਆ, ਜਿਹੜੇ ਕਈ ਹੈਗੇ ਆ ਜਿਨ੍ਹਾਂ ਦੇ ਪਿੱਛੇ ਅਸੀਂ ਚੱਲਣਾ ਹੈਗਾ ਆ, ਕਈ ਵਿੱਚ ਨਮੂਨੇ ਇਹੋ ਜਿਹੇ ਹੈ ਜਿਨ੍ਹਾਂ ਦੇ ਪਿੱਛੇ ਅਸੀਂ ਨਹੀਂ ਚੱਲਣਾ। Things like Abraham believed and it was counted for him for righteousness. It's a thing for us to follow. It's by faith alone in Jesus Christ. ਹਾਂ ਜ਼ਰੂਰ ਹੈ ਕਿ ਜਿਸ ਤਰ੍ਹਾਂ ਅਸੀਂ ਅਬਰਾਹਮ ਦਾ ਨਮੂਨਾ ਦੇਖਦੇ ਹੈਗੇ ਹਾਂ ਕਿ ਉਹ ਵਿਸ਼ਵਾਸ ਦੇ ਰਾਹੀਂ ਉਹ ਧਾਰਮਿਕ ਠਹਿਰਾਇਆ ਗਿਆ ਸੀਗਾ, ਹਾਂ ਕਿ ਅਸੀਂ ਵੀ ਸਾਨੂੰ ਇਹ ਨਮੂਨਾ ਜ਼ਰੂਰ ਅਬਰਾਹਮ ਦਾ ਉਹਦੇ ਪਿੱਛੇ ਚੱਲਣਾ। Things like how Joseph forgives his brothers, the forgiveness from the recorded in the Old Testament is something for us to really learn from and apply for our lives. ਹਾਂ ਅਸੀਂ ਦੇਖਦੇ ਹਾਂ ਕਿ ਯੂਸਫ ਨੇ ਆਪਣੇ ਭਰਾਵਾਂ ਨੂੰ ਮਾਫ ਕੀਤਾ ਹੈਗਾ, ਪੁਰਾਣੇ ਨਿਯਮ ਵਿੱਚ ਇਹ ਜ਼ਿਕਰ ਕੀਤਾ ਗਿਆ, ਲਿਖਿਆ ਗਿਆ ਹੈਗਾ, ਇਹ ਵੀ ਸਾਡੇ ਲਈ ਇੱਕ ਨਮੂਨਾ ਹੈਗਾ ਜਿਹੜਾ ਅਸੀਂ ਜਿਹਦੇ ਪਿੱਛੇ ਅਸੀਂ ਚੱਲ ਸਕਦੇ, ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਮਾਫ ਕਰ ਸਕਦੇ ਹਾਂ। At the same time, Abraham was being a simple person. He was fearful as well at times, and he lied about his relation with his wife to a king. We want to avoid these kind of things. Who's that? Abraham. ਅਬਰਾਹਮ ਨੇ ਜਿਸ ਵੇਲੇ ਉਹ ਜਿਸ ਵੇਲੇ ਉਹਨੇ ਝੂਠ ਬੋਲਿਆ ਸੀਗਾ ਕਿ ਹਾਂ ਕਿ ਇਹ ਸਾਰਾ ਜਿਹੜੀ ਹੈਗੀ ਮੇਰੀ ਤੀਵੀਂ ਨਹੀਂ ਹੈਗੀ, ਮੇਰੀ ਭੈਣ ਹੈਗੀ ਆ, ਇਹੋ ਜਿਹੇ ਨਮੂਨੇ ਜਿਹੜੇ ਹੈਗੇ ਸਾਨੂੰ ਨਹੀਂ ਪਿੱਛੇ ਇਹਨਾਂ ਦੇ ਕਰਨਾ। When Moses was away, Aaron under the peer pressure, he ended up making golden calf. ਅਸੀਂ ਦੇਖਦੇ ਹਾਂ ਕਿ ਮੂਸਾ ਜਿਸ ਵੇਲੇ ਪਹਾੜ ਤੇ ਪਰਮੇਸ਼ਰ ਦੇ ਕੋਲ ਗਿਆ ਹੋਇਆ ਸੀਗਾ ਤੇ ਪਿੱਛੋਂ ਉਹਦੇ ਜਿਹੜਾ ਉਹਦਾ ਭਰਾ ਸੀਗਾ ਉਹਨੇ ਕੀ ਕੀਤਾ, ਇੱਕ ਸੋਨੇ ਦਾ ਬੱਚਾ ਬਣਾਇਆ। We are to be avoiding these kind of things, coming under pressure and trying to make our own gods. No, we have to wait unto the Lord always. ਹਾਂ ਜ਼ਰੂਰ ਹੈ ਕਿ ਇਹੋ ਜਿਹੇ ਜਿਹੜੇ ਕਿ ਮੂਰਤੀਆਂ ਹੈਗੀਆਂ ਸਾਨੂੰ ਨਹੀਂ ਬਣਾਉਣੀ ਚਾਹੀਦੀਆਂ, ਜ਼ਰੂਰ ਹੈ ਕਿ ਅਸੀਂ ਪਰਮੇਸ਼ਰ ਦਾ ਇੰਤਜ਼ਾਰ ਕਰੀਏ, ਉਹਦੇ ਪਿੱਛੇ ਚੱਲੀਏ। So what does the New Testament encourages us as believers? ਵਿਸ਼ਵਾਸੀ ਹੁੰਦੇ ਹੋਏ ਨਵੇਂ ਨਿਯਮ ਦੇ ਵਿੱਚੋਂ ਸਾਨੂੰ ਕਿਸ ਤਰ੍ਹਾਂ ਉਤਸ਼ਾਹ ਮਿਲਦਾ ਹੈ? Jesus Christ says in Matthew 16:4, a wicked and adulterous generation seeks after a sign. ਤੇ ਅਸੀਂ ਦੇਖਦੇ ਹਾਂ ਕਿ ਮਤੀ ਦੀ ਕਿਤਾਬ 'ਚ ਲਿਖਿਆ ਹੋਇਆ ਕਿ ਹਾਂ ਕਿ ਜਿਹੜੀ ਇਹ ਭ੍ਰਿਸ਼ਟ ਲੋਕ ਹੈਗੇ ਆ, ਮੁਰਦਾ ਲੋਕ ਹੈਗੇ ਆ, ਅਨਵਿਸ਼ਵਾਸ ਲੋਕ ਹੈਗੇ ਆ, ਉਹ ਹਰ ਵੇਲੇ ਨਿਸ਼ਾਨ ਮੰਗਦੇ ਆ। In Deuteronomy 16:16 and Matthew 4:7, as Jesus Christ himself used this verse to answer one of the temptation, do not put the Lord your God to test. ਜਿਸ ਵੇਲੇ ਪ੍ਰਭੂ ਯਿਸੂ ਮਸੀਹ ਪਰਤਾਇਆ ਗਿਆ ਸੀਗਾ, ਉੱਥੇ ਵੀ ਕਿਹਾ ਗਿਆ, ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਹਾਂ ਕਿ ਤੂੰ ਆਪਣੇ ਪਰਮੇਸ਼ਵਰ ਨੂੰ ਨਾ ਪਰਖ। When Thomas was struggling to believe that Jesus Christ is risen, ਜਿਸ ਵੇਲੇ ਥੋਮਸ ਯਕੀਨ ਨਹੀਂ ਸੀ ਕਰਦਾ ਕਿ ਹਾਂ ਕਿ ਪ੍ਰਭੂ ਯਿਸੂ ਮਸੀਹ ਜੀ ਉੱਠਿਆ, Jesus Christ came, showed himself and says, be believing, blessed are those who believe without seeing. ਜਿਸ ਵੇਲੇ ਮੋਲੇ ਹਫਤੇ ਫਿਰ ਆਇਆ ਤੇ ਉੱਥੇ ਥੋਮਾ ਸੀਗਾ ਤੇ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਹਾਂ ਕਿ ਦੇਖ ਆਪਣੇ ਉਂਗਲਾਂ, ਮੇਰੇ ਹੱਥਾਂ ਦੇ ਵਿੱਚ ਉਂਗਲਾਂ ਪਾ ਕੇ ਦੇਖ, ਤੇ ਹਾਂ ਧੰਨ ਹਨ ਉਹ
ਜਿਹੜੇ ਬਿਨਾਂ ਦੇਖੇ ਤੋਂ ਵਿਸ਼ਵਾਸ ਕਰਦੇ ਹਨ। James writes in his book, ਯਕੂਬ ਆਪਣੀ ਕਿਤਾਬ 'ਚ ਲਿਖਦਾ, know that the testing of your faith produces patience. ਹਾਂ ਕਿ ਦੇਖੋ ਜਿਸ ਵੇਲੇ ਤੁਹਾਡਾ ਵਿਸ਼ਵਾਸ ਜਿਹੜਾ ਪਰਖਿਆ ਜਾਂਦਾ ਹੈਗਾ ਉਹਦੇ ਵਿੱਚ ਸਬਰ ਪੈਦਾ ਹੁੰਦੀ। If you lack wisdom, courage, ask the Father in prayer and He will give you. ਜੇ ਬੁੱਧ ਦਾ ਘਾਟਾ ਹੈਗਾ ਜਾਂ ਸ਼ਕਤੀ ਦਾ ਘਾਟਾ ਹੈਗਾ ਤਾਂ ਆਪਣੇ ਪਿਤਾ ਤੋਂ ਮੰਗੋ, ਉਹ ਤੁਹਾਨੂੰ ਦੇਵੇਗਾ। But in verse 6 it says, but let him ask in faith with no doubting. ਇਹ ਹੈ ਕਿ ਜਿਸ ਵੇਲੇ ਤੁਸੀਂ ਪਿਤਾ ਪਰਮੇਸ਼ਵਰ ਕੋਲੋਂ ਮੰਗਦੇ ਹੈਗੇ ਆ, ਵਿਸ਼ਵਾਸ ਰੱਖੋ ਕਿ ਤੁਹਾਨੂੰ ਮਿਲ ਗਿਆ, ਭਰਮ ਕੀਤੇ ਤੋਂ ਬਗੈਰ। For he who doubts is like a wave of a sea driven and tossed by the wind. ਜਿਹੜਾ ਭਰਮ ਕਰਕੇ ਮੰਗਦਾ ਹੈਗਾ ਆ, ਉਹ ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਉਛਲਦੀਆਂ ਹੈਗੀਆਂ ਤੇ ਫਿਰ ਵਾਪਸ ਮੁੜ ਜਾਂਦੀਆਂ। We are encouraged every step of our Christian walk to believe and trust. ਵਿਸ਼ਵਾਸੀ ਹੁੰਦੇ ਹੋਏ ਸਾਨੂੰ ਹਰ ਵੇਲੇ ਬਾਈਬਲ ਦੇ ਵਿੱਚ ਇਹ ਦੱਸਿਆ ਜਾਂਦਾ ਕਿ ਹਾਂ ਕਿ ਵਿਸ਼ਵਾਸ ਕਰੋ, ਉਹਦੇ ਉੱਤੇ ਭਰੋਸਾ ਕਰੋ, ਪਰਮੇਸ਼ਰ ਦੇ ਉੱਤੇ, ਪ੍ਰਭੂ ਯਿਸੂ ਮਸੀਹ ਦੇ ਉੱਤੇ ਭਰੋਸਾ ਕਰੋ, ਯਕੀਨ ਕਰੋ। You know, in the Old Testament, the psalmist says, the Lord says, be still and know that I am your God. ਜ਼ਬੂਰਾਂ ਦੇ ਵਿੱਚ ਲਿਖਿਆ ਹੋਇਆ, ਜ਼ਬੂਰ ਦਾ ਲਿਖਣ ਵਾਲਾ ਲਿਖਦਾ ਹੈਗਾ ਕਿ ਹਾਂ ਕਿ ਥੰਮ ਜਾਓ, ਜਾਣ ਲਓ ਕਿ ਮੈਂ ਹੀ ਪਰਮੇਸ਼ਰ ਹਾਂ। These should be our words as the psalmist says, yea, though I walk through the valley of shadow of death, I will fear no evil. ਇਹ ਲਫ਼ਜ਼ ਸਾਡੇ ਵੀ ਹੋਣੇ ਚਾਹੀਦੇ ਹੈਗੇ ਆ ਕਿ ਜਿਸ ਵੇਲੇ ਜ਼ਬੂਰ ਦਾ ਲਿਖਣ ਵਾਲਾ ਕਹਿੰਦਾ ਹੈਗਾ ਕਿ ਹਾਂ ਕਿ ਭਾਵੇਂ ਮੈਂ ਮੌਤ ਦੀ ਸ਼ਾਇਦ ਦੀ ਵਾਦੀ ਦੇ ਵਿੱਚ ਵੀ ਲੰਘਾਂ, ਪਰ ਮੈਂ ਕਿਸੇ ਚੀਜ਼ ਤੋਂ ਨਹੀਂ ਡਰਾਂਗਾ ਕਿਉਂਕਿ ਪਰਮੇਸ਼ਵਰ ਮੇਰੇ ਨਾਲ ਹੈ। For you are with me, and your rod and your staff, they comfort me. ਤੂੰ ਮੇਰੇ ਨਾਲ ਅੰਗ ਸੰਗ ਹੈਗਾ ਆ, ਤੇਰੀ ਸੋਟੀ ਤੇਰੀ ਲਾਠੀ ਮੈਨੂੰ ਦਿਲਾਸਾ ਦਿੰਦੀ ਹੈ। Not to question, if you are with me, then why am I going through this? ਇਹ ਨਹੀਂ ਹੈ ਕਹਿਣਾ ਕਿ ਹਾਂ ਕਿ ਜੇ ਤੂੰ ਮੇਰੇ ਨਾਲ ਹੈਗਾ ਤਾਂ ਫਿਰ ਮੈਂ ਇਹੋ ਜਿਹੀ ਹਾਲਤ ਦੇ ਵਿੱਚ ਕਿਉਂ ਲੰਘਦਾ। When Job asked this question to the Lord, Lord, why did I have to go through the whole trouble? ਜਿਸ ਵੇਲੇ ਜੋਬ ਨੇ ਪੁੱਛਿਆ ਕਿ ਹਾਂ ਕਿ ਪਰਮੇਸ਼ਵਰ ਇਹੋ ਜਿਹੀ ਹਾਲਤ ਦੇ ਵਿੱਚ ਦੀ ਕਿਉਂ ਮੈਂ ਲੰਘ ਕੇ ਜਾ ਰਿਹਾ। And the Lord answered him in altogether different way. ਪਰਮੇਸ਼ਵਰ ਨੇ ਫਰਕ ਤਰੀਕੇ ਦੇ ਨਾਲ, ਆਪਣੇ ਤਰੀਕੇ ਦੇ ਨਾਲ ਉਹ ਜਵਾਬ ਦਿੱਤਾ ਉਹਨੂੰ। Were you there with me when I established the dimensions of the earth, when the sun comes, when the rain comes, all these big things that happen? You trust me for all these things? ਕੀ ਤੂੰ ਉਸ ਵੇਲੇ ਉੱਥੇ ਹਾਜ਼ਰ ਸੀ ਜਿਸ ਵੇਲੇ ਮੈਂ ਕਾਇਨਾਤ ਨੂੰ ਬਣਾਇਆ, ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਬਣਾਈਆਂ ਹੈਗੀਆਂ, ਤੇ ਹਾਂ ਕਿ ਤੂੰ ਉੱਥੇ ਮੈਨੂੰ ਤੂੰ ਹੁਣ ਮੈਨੂੰ ਇਹ ਸਵਾਲ ਪਾਉਂਦਾ ਕਿ ਤੂੰ ਇਹ ਦੇਖਿਆ ਸੀਗਾ, ਉਸ ਵੇਲੇ ਮੇਰੇ ਨਾਲ ਸੀ ਤੂੰ? Then why can't you trust in me when something even wrong and bad is happening to you in your life? ਜਿਸ ਵੇਲੇ ਤੇਰੀ ਜੀਵਨ ਦੇ ਵਿੱਚ ਇਹੋ ਜਿਹੀ ਤੇਰੀ ਹਾਲਤ ਹੈਗੀ ਆ, ਕਿਉਂ ਨਹੀਂ ਤੂੰ ਮੇਰੇ ਉੱਤੇ ਵਿਸ਼ਵਾਸ ਕਰਦਾ? ਭਰੋਸਾ ਰੱਖ ਮੇਰੇ ਉੱਤੇ। Brothers and sisters, we are called to trust the sovereign authority of God in our lives, in everything that we go. ਭੈਣੋ ਤੇ ਭਰਾਵੋ, ਸਾਨੂੰ ਪਰਮੇਸ਼ਰ ਨੇ ਸੱਦਿਆ ਹੋਇਆ ਹੈਗਾ ਕਿਹੋ ਜਿਹੀ ਹਾਲਤ ਦੇ ਵਿੱਚ ਅਸੀਂ ਜਾਈਏ ਕਿ ਅਸੀਂ ਆਪਣੇ ਪਿਤਾ ਪਰਮੇਸ਼ਰ ਦੇ ਉੱਤੇ, ਪ੍ਰਭੂ ਯਿਸੂ ਮਸੀਹ ਦੇ ਉੱਤੇ ਆਪਣਾ ਯਕੀਨ ਕਰੀਏ, ਭਰੋਸਾ ਰੱਖੀਏ। Now, a believer ਇੱਕ ਵਿਸ਼ਵਾਸੀ will understand this language. ਕੀ ਇਹ ਭਾਸ਼ਾ ਨੂੰ ਸਮਝਦਾ ਹੈ? But if there is anyone who is unregenerate, ਜਿਹਦਾ ਨਵਾਂ ਜਨਮ ਨਹੀਂ ਹੋਇਆ, the one who is not born again, the one who is not by faith in Jesus Christ, ਜਿਹਨੇ ਆਪਣਾ ਵਿਸ਼ਵਾਸ ਪ੍ਰਭੂ ਯਿਸੂ ਮਸੀਹ ਦੇ ਉੱਤੇ ਨਹੀਂ ਰੱਖਿਆ, they will confuse this to be a blind faith. ਤੇ ਉਹਨਾਂ ਨੂੰ ਇਹ ਸਮਝ ਨਹੀਂ ਆਉਣੀ, ਇਸ ਤਰ੍ਹਾਂ ਲੱਗਦਾ ਕਿ ਉਹਨਾਂ ਦੇ ਉੱਤੇ ਅੱਖਾਂ ਬੰਦ ਆ। What do you mean? Do whatever I can and I trust the Lord will come and help me? ਕਿ ਹਾਂ ਕਿ ਉਹਨੇ ਤੇ ਇਹੀ ਕਹਿਣਾ ਕਿਉਂਕਿ ਉਹਨਾਂ ਦੀ ਅੱਖਾਂ ਬੰਦ ਹੈ ਕਿ ਮੈਂ ਪਰਮੇਸ਼ਰ ਤੇ ਵਿਸ਼ਵਾਸ ਕਰਾਂ ਕਿ ਉਹ ਮੇਰੀ ਆ ਕੇ ਮਦਦ ਕਰੂ। Call for a believer to trust the living God. ਵਿਸ਼ਵਾਸੀ ਨੂੰ ਸੱਦਾ ਇਹ ਆ ਕਿ ਉਹ ਜਿਉਂਦੇ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰੇ। It is God's will and His wisdom for us. ਪਰਮੇਸ਼ਰ ਦੀ ਇਹ ਮਰਜ਼ੀ ਹੈ, ਪਰਮੇਸ਼ਰ ਦੀ ਸਾਡੇ ਵਾਸਤੇ ਇਹ ਬੁੱਧ ਹੈ That we should believe, trust and obey. ਹਾਂ ਜ਼ਰੂਰ ਹੈ ਕਿ ਅਸੀਂ ਵਿਸ਼ਵਾਸ ਕਰੀਏ, ਭਰੋਸਾ ਰੱਖੀਏ ਤੇ ਅਸੀਂ ਉਹਦੇ ਆਗਿਆਕਾਰ ਹੋਈਏ। It's about us individuals to have our experience with the Lord. ਹਾਂ ਜ਼ਰੂਰ ਹੈ ਕਿ ਇਕੱਲੇ ਨੂੰ ਸਾਡਾ ਆਪਣਾ ਤਜਰਬਾ ਹੋਣਾ ਚਾਹੀਦਾ ਪਰਮੇਸ਼ਰ ਦੇ ਨਾਲ। One might have gone through terrible times. ਹੋ ਸਕਦਾ ਕਿ ਅਸੀਂ ਬਹੁਤ ਬੁਰੀ ਹਾਲਤ ਦੇ ਵਿੱਚ ਦੀ ਲੰਘੀਏ। One might have never seen any trouble in life. ਹੋ ਸਕਦਾ ਕਿ ਕਿਸੇ ਨੇ ਕੋਈ ਆਪਣੇ ਜੀਵਨ ਦੇ ਵਿੱਚ ਕੋਈ ਮੁਸ਼ਕਲ ਦੇਖੀ ਨਹੀਂ ਹੈ। But our Lord is one and He calls us to trust because no one knows what's tomorrow. ਹਾਂ ਕਿ ਸਾਰਿਆਂ ਨੂੰ ਪਰਮੇਸ਼ਰ ਜਿਹੜੇ ਮਾੜੀ ਹਾਲਤ ਲੰਘਦੇ, ਜਿਹਨਾਂ ਦੀ ਮਾੜੀ ਹਾਲਤ ਨਹੀਂ ਹੋਏਗੀ ਜੀਵਨ ਦੇ ਵਿੱਚ, ਉਹ ਸਾਰਿਆਂ ਨੂੰ ਸੱਦਦਾ ਹੈਗਾ ਤਾਂ ਕਿ ਉਹ ਆਪਣੀ ਮਰਜ਼ੀ ਪੂਰੀ ਕਰੇ।
And when we are close with Him, walk with Him, He will teach us all in different ways how to trust and obey. ਹਾਂ ਜਿਸ ਵੇਲੇ ਅਸੀਂ ਉਹਦੇ ਨਾਲ ਚੱਲਦੇ ਹੈਗੇ ਆ ਭਾਵੇਂ ਕਿਹੋ ਜਿਹੇ ਅਸੀਂ ਫਰਕ ਹਾਂ ਕਿਹੋ ਜਿਹੀ ਸਾਡੀ ਹਾਲਤ ਹੋਵੇ ਪਰਮੇਸ਼ਰ ਆਪ ਆ ਕੇ ਸਾਡੀ ਮਦਦ ਕਰੂਗਾ ਆਪਣੇ ਤਰੀਕੇ ਦੇ ਨਾਲ ਜਿਹੋ ਜਿਹੀ ਲੋੜ ਹੈਗੀ ਉਸ ਤਰੀਕੇ ਨਾਲ Then how would we know God's will if the fleece is not the way for us? ਜੇ ਸਾਡੇ ਅੱਗੇ ਇਹੋ ਜਿਹੀ ਉਨ ਨਾ ਰੱਖੀ ਹੋਈ ਹੋਵੇ ਜਾਂ ਪਰਤਾਵੇ ਨਾ ਆਉਣ ਤਾਂ ਹਾਂ ਕਿ ਸਾਡੀ ਫਿਰ ਪਰਮੇਸ਼ਰ ਦੀ ਮਰਜ਼ੀ ਕਿੱਦਾਂ ਜਾਣੀਏ Few points. You remain in continuous communication with God. ਹਾਂ ਜ਼ਰੂਰ ਹੈ ਕਿ ਪਰਮੇਸ਼ਰ ਦੇ ਨਾਲ ਅਸੀਂ ਬਾਤਚੀਤ ਜੋ ਹੈ ਜੋ ਗੱਲਬਾਤ ਪਰਮੇਸ਼ਰ ਨਾਲ ਕਰਨੀ ਜਾਣੀ ਕਿ ਪ੍ਰਾਰਥਨਾ ਦੇ ਵਿੱਚ ਲੱਗੇ ਰਹੀਏ You read His word, spend your time with His word, know His will in the scripture. ਹਾਂ ਕਿ ਲਿਖਤਾਂ ਨੂੰ ਤੁਸੀਂ ਪੜ੍ਹੋ ਫਿਰ ਤੇ ਸਮਾਂ ਲਾਓ ਇਹਦੇ ਉੱਤੇ ਗੌਰ ਕਰੋ ਉਹਦੀ ਮਰਜ਼ੀ ਨੂੰ ਜਾਣੋ Remain in prayer. ਪ੍ਰਾਰਥਨਾ ਦੇ ਵਿੱਚ ਲੱਗੇ ਰਹੋ It's a hard thing. Grow in prayer. Lord is ever ready to help us be mature in our prayers. ਪ੍ਰਾਰਥਨਾ ਕਰਨੀ ਔਖੀ ਹੈਗੀ ਆ ਇਹਦੇ ਵਿੱਚ ਅਸੀਂ ਪ੍ਰਾਰਥਨਾ ਕਰਨੀ ਸਿੱਖੀਏ ਪਰਮੇਸ਼ਰ ਪ੍ਰਾਰਥਨਾ ਨੂੰ ਸੁਣਦਾ ਹੈਗਾ ਇਹਦੇ ਵਿੱਚ ਸਾਨੂੰ ਪਰਮੇਸ਼ਰ ਪ੍ਰਾਰਥਨਾ ਦੇ ਦੁਆਰਾ ਸਾਡੀ ਮਦਦ ਵੀ ਕਰਦਾ Always seek to be in the fellowship of saints who believe in Jesus Christ. ਜਿਹੜੇ ਪ੍ਰਭੂ ਯੀਸ਼ੂ ਮਸੀਹ ਦੇ ਵਿਸ਼ਵਾਸ ਕਰਦੇ ਹਨ ਉਹਨਾਂ ਦੀ ਸੰਗਤ ਭਾਲੋ ਤੇ ਉਹਨਾਂ ਦੇ ਨਾਲ ਸੰਗਤ ਕਰੋ I'm not saying that once you become Christian, then everything is fine and you become strong. The Gideon was not strong. He eventually, slowly learned to recognize God's hand. ਅਸੀਂ ਇਹ ਨਹੀਂ ਕਹਿੰਦੇ ਹੈਗੇ ਜਿਸ ਵੇਲੇ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰ ਲੈਂਦੇ ਆ ਕਿ ਸਭ ਕੁਝ ਠੀਕ ਠਾਕ ਹੋ ਜਾਂਦਾ ਹੈਗਾ ਆ ਪਰ ਸਿੱਖਣਾ ਪੈਂਦਾ ਹੈਗਾ ਆ ਦਿਨ ਪਰ ਦਿਨ ਸਿੱਖਣਾ ਹੈਗਾ ਗਿਦੀਅਨ ਦੇਖਦੇ ਆ ਕਿ ਜਿਸ ਵੇਲੇ ਪਰਮੇਸ਼ਰ ਨੇ ਉਹਨੂੰ ਚੁਣਿਆ ਸੀਗਾ ਉਹ ਵੀ ਹੌਲੀ ਸਿੱਖਣਾ ਸ਼ੁਰੂ ਕੀਤਾ ਉਹਨੇ You may be a believer, a saved person, yet at times fear grabs hold of you. ਹਾਂ ਕਿ ਹੋ ਸਕਦਾ ਕਿ ਤੁਹਾਨੂੰ ਚਿਰ ਹੋ ਗਿਆ ਕਿ ਪ੍ਰਭੂ ਤੇ ਵਿਸ਼ਵਾਸ ਕੀਤੇ ਨੂੰ ਕਈ ਵਾਰੀ ਡਰ ਆਉਂਦਾ ਹੈਗਾ ਜਿਹੜਾ ਤੁਹਾਨੂੰ ਜਕੜ ਲੈਂਦਾ And this is given for all of us. We all going to go through times of trouble, testing, and we will be scared. ਹਾਂ ਜ਼ਰੂਰ ਹੈ ਕਿ ਸਾਡੇ ਉੱਤੇ ਵੀ ਇਹੋ ਜਿਹੀ ਮੁਸ਼ਕਲਾਂ ਮੁਸੀਬਤਾਂ ਆਉਂਦੀਆਂ ਹੈਗੀਆਂ ਹਾਲਤਾਂ ਆਉਂਦੀਆਂ ਹੈਗੀਆਂ ਜਿਸ ਵੇਲੇ ਅਸੀਂ ਵੀ ਡਰ ਦੇ ਨਾਲ ਘਬਰਾ ਜਾਂਦੇ ਹਾਂ And we will be tempted to put out our fleece. ਹਾਂ ਜ਼ਰੂਰ ਹੈ ਕਿ ਸਾਡੇ ਅੱਗੇ ਵੀ ਪਰਤਾਵੇ ਆਉਂਦੇ ਹੈਗੇ ਕਿ ਜਿਸ ਤਰ੍ਹਾਂ ਕਿ ਗਿਦਿਓਨ ਨੇ ਉਹਨਾਂ ਆ ਕੇ ਰੱਖੀ ਅਸੀਂ ਆ ਕੇ ਪਰਮੇਸ਼ਰ ਨੂੰ ਪਰਤਾਉਂਦੇ ਹਾਂ When Jesus Christ was asked from a top of the building saying, throw yourself down and the Lord your God, your Father will come and hold you. ਜਿਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਨੇ ਪਰਤਾਇਆ ਗਿਆ ਸੀਗਾ ਉਸ ਵੇਲੇ ਉਹਨੂੰ ਜਿਸ ਵੇਲੇ ਸਭ ਤੋਂ ਉੱਚੀ ਟੀਸੀ ਤੇ ਲੱਗਿਆ ਸੀਗਾ ਸਟਾਨ ਤਾਂ ਉਹਨੂੰ ਕਹਿਣ ਲੱਗਾ ਸੀ ਤੇ ਆਪਣੇ ਆਪ ਨੂੰ ਡੇਗ ਦੇ ਕਿਉਂਕਿ ਪਰਮੇਸ਼ਰ ਨੇ ਆਪਣੇ ਵਚਨ 'ਚ ਕਿਹਾ ਗਿਆ ਕਿ ਤੇਰੇ ਪੈਰ ਜਿਹੜੇ ਹੈਗੇ ਆ ਉਹ ਚੋਟ ਨਹੀਂ ਖਾਣਗੇ And he said, do not test the Lord your God. ਉਹਨੇ ਪ੍ਰਭੂ ਯੀਸ਼ੂ ਮਸੀਹ ਨੇ ਜਵਾਬ ਦਿੱਤਾ ਕਿ ਆਪਣੇ ਪਰਮੇਸ਼ਵਰ ਨੂੰ ਨਾ ਪਰਖ So putting out fleece is not a way for a believer. ਸਾਡੇ ਅੱਗੇ ਜਿਹੜੀ ਉਹਨੂੰ ਰੱਖਣੀ ਹੈ ਪਰਮੇਸ਼ਵਰ ਨੂੰ ਪਰਤਾਵੇ ਦੇ ਵਿੱਚ ਲਿਆਉਣਾ ਹੈਗਾ ਇਸ ਵਿਸ਼ਵਾਸੀ ਦੇ ਲਈ ਨਾਮੁਮਕਿਨ ਹੈ ਕਰ ਨਹੀਂ ਸਕਦਾ For a believer to believe in Jesus, look unto him and walk on that water of impossibilities as Peter walked on the water while he was looking in the face of Jesus. ਹਾਂ ਜ਼ਰੂਰ ਹੈ ਕਿ ਵਿਸ਼ਵਾਸੀ ਹੁੰਦੇ ਹੋਏ ਅਸੀਂ ਵੀ ਪਤਰਸ ਵਾਂਗਰ ਜਿਸ ਵੇਲੇ ਉਹ ਉਸ ਚਾਲ ਦੇ ਉੱਤੇ ਚੱਲੀਏ ਜਿਸ ਤਰ੍ਹਾਂ ਪਤਰਸ ਚੱਲਿਆ ਸੀਗਾ ਉਸ ਪਾਣੀ ਦੇ ਉੱਤੇ ਜਿਸ ਵੇਲੇ ਉਹ ਪਾਣੀ ਤੇ ਚੱਲਦਾ ਸੀਗਾ ਪ੍ਰਭੂ ਯੀਸ਼ੂ ਮਸੀਹ ਵੱਲ ਦੇਖਦਾ ਸੀਗਾ ਅਸੀਂ ਵੀ ਪ੍ਰਭੂ ਯੀਸ਼ੂ ਮਸੀਹ ਵੱਲ ਦੇਖਦੇ ਹੋਏ ਉਹਦੀ ਵੱਲ ਚੱਲਣਾ ਹੈ We are to believe in God's sovereignty. ਪਰਮੇਸ਼ਰ ਦੀ ਜਿਹੜੀ ਬਜ਼ੁਰਗੀ ਹੈਗੀ ਹੈ ਮਹਾਨਤਾ ਹੈਗਾ ਅਸੀਂ ਉਹਦੇ ਉੱਤੇ ਵਿਸ਼ਵਾਸ ਕਰਨਾ Know that nothing in this world can separate us from the love of God that He has shown us in Jesus Christ. ਪ੍ਰਭੂ ਯੀਸ਼ੂ ਮਸੀਹ ਦੇ ਪਰਮੇਸ਼ਰ ਨੇ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਸਾਨੂੰ ਦਿਖਾ ਦਿੱਤਾ ਹੈਗਾ ਕਿ ਕੋਈ ਵੀ ਚੀਜ਼ ਇਸ ਦੁਨੀਆ ਤੇ ਉਹਦੇ ਪ੍ਰੇਮ ਤੋਂ ਸਾਨੂੰ ਅਲੱਗ ਨਹੀਂ ਕਰ ਸਕਦੀ So if it is while we are yet sinners, God has sent His Son to save us. ਜਿਸ ਵੇਲੇ ਅਸੀਂ ਪਾਪੀ ਹੀ ਸੀ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਕਿ ਉਹ ਸਾਨੂੰ ਬਚਾਵੇ Will He not save us and keep us and guide us and lead us? ਜੇ ਉਹਨੇ ਆਪਣੇ ਪੁੱਤਰ ਨੂੰ ਭੇਜਿਆ ਸਾਨੂੰ ਬਚਾਉਣ ਦੇ ਲਈ ਕੀ ਉਹ ਸਾਨੂੰ ਸੰਭਾਲ ਕੇ ਨਹੀਂ ਰੱਖੂਗਾ ਸਾਡੀ ਅਗਵਾਈ ਨਹੀਂ ਕਰੂਗਾ ਸਾਨੂੰ ਅੱਗੇ ਨਹੀਂ ਲੈ ਕੇ ਜਾਊ For a believer, God is greater than anything else or any false god or any temptation that comes our way. ਪਰਮੇਸ਼ਰ ਸਾਰੀਆਂ ਚੀਜ਼ਾਂ ਤੋਂ ਮਹਾਨ ਹੈਗੇ ਆ ਜਿਹੜੀ ਦੇਵੀ ਦੇਵਤੇ ਹਨ ਦੁਨੀਆ ਦੇ ਵਿੱਚ ਮੂਰਤੀਆਂ ਹੈਗੀਆਂ ਜਾਂ ਕਿ ਪਰਤਾਵੇ ਹੈਗੇ ਆ ਜਾਂ ਕਿ ਪਰਖਿਆ ਜਾਣਾ ਹੈਗਾ ਪਰਮੇਸ਼ਰ ਤੋਂ ਉਹ ਕੋਈ ਵੱਡਾ ਨਹੀਂ ਹੈ And that we may pray for each others that we may not be tempted to put our fleece before the Lord. ਪ੍ਰਾਰਥਨਾ ਕਰਨੀ ਇੱਕ ਦੂਸਰੇ ਵਾਸਤੇ ਕਿ ਸਾਡੇ ਅੱਗੇ ਇਹੋ ਜਿਹੀ ਉਨ ਨਾ ਅਸੀਂ ਰੱਖੀਏ ਤਾਂ ਕਿ ਅਸੀਂ ਪਰਮੇਸ਼ਰ ਨੂੰ ਪਰਤਾਵੇ ਵਿੱਚ ਲਿਆਈਏ And know for sure that God knows that our frame is weak and we may fall, but Lord will be compassionate and He will forgive your sins. But it's important for us to know
what is right and wrong. ਹਾਂ ਜ਼ਰੂਰ ਹੈ ਕਿ ਅਸੀਂ ਕਮਜ਼ੋਰ ਹੈਗੇ ਆ, ਅਸੀਂ ਡਿੱਗ ਜਾਂਦੇ ਆ, ਅਸੀਂ ਹਾਰ ਜਾਂਦੇ ਹੈਗੇ ਆ, ਪਰ ਅਸੀਂ ਜ਼ਰੂਰ ਇਹ ਰੱਖੀਏ ਕਿ ਪਰਮੇਸ਼ਰ ਮਹਾਨ ਹੈਗਾ, ਜਿਹੜੀਆਂ ਸਾਡੀਆਂ ਕਮੀਆਂ ਕਮਜ਼ੋਰੀਆਂ ਅਸੀਂ ਉਹਦੇ ਅੱਗੇ ਰੱਖੀਏ। It's like when we came to this church in the faith and we heard for the first time, taking God's name in vain is not right. ਤੇ ਜਿਸ ਵੇਲੇ ਅਸੀਂ ਇਸ ਭਾਈ ਅਤੁਲ ਕਹਿ ਰਿਹਾ ਕਿ ਜਿਸ ਵੇਲੇ ਅਸੀਂ ਇਸ ਮੰਡਲੀ ਦੇ ਵਿੱਚ ਆਏ ਸੀਗੇ, ਅਸੀਂ ਇਹ ਸਿੱਖਿਆ ਕਿ ਪਰਮੇਸ਼ਰ ਦਾ ਨਾਂ ਜਿਹੜਾ ਉਹ ਵਿਅਰਥ ਨਹੀਂ ਲੈਣਾ ਹੈਗਾ, ਕਿੰਨਾ ਜ਼ਰੂਰੀ ਹੈਗਾ। And it was difficult to kind of follow that. ਤੇ ਇਹ ਗੱਲ ਜਿਹੜੀ ਹੈਗੀ ਆ ਪਹਿਲਾਂ ਇਹ ਇਸਤੇਮਾਲ ਕਰਦੇ ਸੀਗੇ ਤੇ ਇਹ ਜਿਹੜਾ ਪੈਟਰਨ ਮੋਰੇ ਰੱਖਿਆ ਹੈਗਾ, ਨਮੂਨਾ ਰੱਖਿਆ ਹੈਗਾ, ਔਖਾ ਲੱਗਦਾ ਸੀ। But as faith comes by hearing, these corrections came by hearing, and slowly it got implemented. And hence, today, as I learned through my experience, putting up fleece to the Lord is not the right way, but trusting and obeying, slowly it will come to us. ਹਾਂ ਜ਼ਰੂਰ ਹੈ ਕਿ ਜਿਸ ਵੇਲੇ ਅਸੀਂ ਇਹ ਕੀਤਾ ਹੈਗਾ, ਹੌਲੀ ਹੌਲੀ ਅਸੀਂ ਪਰਮੇਸ਼ਰ ਦੇ ਅੱਗੇ ਆਉਂਦੇ ਹਾਂ, ਪਰਮੇਸ਼ਰ ਦਾ ਵਚਨ ਪੜ੍ਹਦੇ ਹੈਗੇ ਹਾਂ, ਅਸੀਂ ਹੌਲੀ ਹੌਲੀ ਸਿੱਖਦੇ ਹੈਗੇ ਹਾਂ, ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਜਿੱਤ ਪਾਉਂਦੇ ਹੈਗੇ ਹਾਂ। ਪਰ ਜ਼ਰੂਰ ਹੈ ਕਿ ਅਸੀਂ ਉਹਨੂੰ ਵਾਂਗਰ ਜਿਸ ਤਰ੍ਹਾਂ ਇਹਨੇ ਕੀਤੀ ਸੀ ਗਿਦਿਓਨ ਨੇ, ਕਿ ਅਸੀਂ ਉਹਦੇ ਅੱਗੇ ਆ ਕੇ ਉਹਨੂੰ ਜੇ ਰੱਖੀਏ ਤੇ ਉਹਨੂੰ ਪਰਤਾਈਏ ਕਿ ਤੂੰ ਆਹ ਕਰ ਤਾਂ ਫਿਰ ਅਸੀਂ ਕਰੀਏ। ਪਰਮੇਸ਼ਰ ਨੂੰ ਪਰਤਾਉਣਾ ਜਿਹੜਾ ਹੈਗਾ ਇਹ ਗਲਤ ਹੈ। May God bless us all, and may we ਪਰਮੇਸ਼ਰ rejoice ਸਾਨੂੰ in His ਅਸ਼ੀਸ਼ ਤੇ grace. ਬਰਕਤ ਦੇਵੇ। Thank you for listening to this message. For further information, visit www.emmanuelhansworth.org.uk.